ਸ਼ੁਭਮ ਇੱਕ ਛੋਟੇ ਸ਼ਹਿਰ ਵਿੱਚ ਰਹਿਣ ਵਾਲਾ ਆਮ ਇਨਸਾਨ ਸੀ ਜੋ ਹਰ ਰੋਜ਼ ਦਫ਼ਤਰ ਜਾਂਦਾ, ਸ਼ਾਮ ਨੂੰ ਘਰ ਆਉਂਦਾ ਅਤੇ ਵੀਕਐਂਡ ਤੇ ਥੋੜੀ ਬਹੁਤ ਮौज ਮਸਤੀ ਕਰਦਾ। ਪਰ ਉਸ ਦੀ ਜ਼ਿੰਦਗੀ ਵਿੱਚ ਮੋਨੋਟੋਨੀ ਆ ਗਈ ਸੀ, ਜਿਸ ਨਾਲ ਉਹ ਖੁਦ ਨੂੰ ਖੋਇਆ ਹੋਇਆ ਮਹਿਸੂਸ ਕਰਦਾ। ਇੱਕ ਦਿਨ ਉਸ ਦੀ ਨਜ਼ਰ ਬੁੱਕ ਸਟੋਰ ਬਾਹਰ ਰੱਖੀਆਂ ਕਿਤਾਬਾਂ ਤੇ ਪਈ, ਜਿੱਥੇ ਉਸ ਨੂੰ ਦ ਆਰਟ ਆਫ ਰਿਸਕ ਨਾਮਕ ਕਿਤਾਬ ਦਾ ਟਾਈਟਲ ਬਹੁਤ ਪਸੰਦ ਆਇਆ, ਕਿਉਂਕਿ ਉਸਨੇ ਨਵੇਂ ਸਾਲ ਲਈ ਸੋਚਿਆ ਸੀ ਕਿ ਇਸ ਵਾਰ ਕੁਝ ਐਡਵੈਂਚਰਸ ਕਰੇਗਾ। ਪਰ ਕਿਵੇਂ, ਇਹ ਨਹੀਂ ਪਤਾ ਸੀ। ਉਸਨੇ ਉਹ ਕਿਤਾਬ ਖਰੀਦ ਲਈ ਅਤੇ ਸ਼ਾਮ ਨੂੰ ਆਪਣੇ ਕਮਰੇ ਵਿੱਚ ਬੈਠ ਕੇ ਪੜ੍ਹਨ ਲੱਗ ਪਿਆ। ਪਹਿਲੇ ਅਧਿਆਇ ਦਾ ਟਾਈਟਲ ਸੀ ਐਮਬਰੇਸ ਕੇਅਰਫੁਲੀ ਮੈਨੇਜਡ ਰਿਸਕ, ਜਿਸ ਨੂੰ ਵੇਖ ਕੇ ਉਹ ਸੋਚਣ ਲੱਗਾ ਕਿ ਰਿਸਕ ਲੈਣਾ ਕੀ ਖਾਸ ਗੱਲ ਹੈ। ਪਰ ਜਦੋਂ ਉਸਨੇ ਪੜ੍ਹਨਾ ਜਾਰੀ ਰੱਖਿਆ ਤਾਂ ਲੇਖਕ ਦੇ ਸ਼ਬਦਾਂ ਨੇ ਉਸ ਨੂੰ ਆਪਣੀ ओर ਖਿੱਚਣਾ ਸ਼ੁਰੂ ਕਰ ਦਿੱਤਾ। ਹੈਰਿਸ ਨੇ ਲਿਖਿਆ ਸੀ ਕਿ ਰਿਸਕ ਲੈਣ ਦਾ ਅਰਥ ਇਹ ਨਹੀਂ ਹੁੰਦਾ ਕਿ ਬੇਵਜ੍ਹਾ ਖਤਰੇ ਮੋਲ ਲਏ ਜਾਣ। ਸੱਚੇ ਰਿਸਕ ਟੇਕਰ ਉਹ ਹੁੰਦੇ ਹਨ ਜੋ ਹਮੇਸ਼ਾ ਹਾਲਾਤਾਂ ਦਾ ਵਿਸ਼ਲੇਸ਼ਣ ਕਰਦੇ ਹਨ, ਸਭ ਤੋਂ ਵਧੀਆ ਅਤੇ ਸਭ ਤੋਂ ਖਰਾਬ ਹਾਲਾਤਾਂ ਬਾਰੇ ਸੋਚਦੇ ਹਨ ਅਤੇ ਉਹਨਾਂ ਤੋਂ ਬਚਣ ਲਈ ਯੋਜਨਾਵਾਂ ਬਣਾਉਂਦੇ ਹਨ। ਇਹ ਪੜ੍ਹਦੇ ਹੀ ਸ਼ੁਭਮ ਨੂੰ ਯਾਦ ਆਇਆ ਕਿ ਕਾਲਜ ਦੇ ਦਿਨਾਂ ਵਿੱਚ ਉਸ ਦੇ ਦੋਸਤਾਂ ਨੇ ਉਸ ਨੂੰ ਬੰਜੀ ਜੰਪਿੰਗ ਲਈ ਬੁਲਾਇਆ ਸੀ, ਪਰ ਉਹ ਡਰ ਕਰਕੇ ਨਹੀਂ ਗਿਆ ਸੀ। ਪਰ ਉਸ ਦਾ ਦੋਸਤ ਅਰਜੁਨ ਗਿਆ ਸੀ, ਜਿਸਨੇ ਬਾਅਦ ਵਿੱਚ ਦੱਸਿਆ ਕਿ ਬੰਜੀ ਜੰਪਿੰਗ ਕੰਪਨੀ ਨੇ ਪਹਿਲਾਂ ਹੀ ਹਰ ਤਰ੍ਹਾਂ ਦੀ ਸੁਰੱਖਿਆ ਦੀ ਪੂਰੀ ਤਿਆਰੀ ਕਰ ਰੱਖੀ ਸੀ। ਇਹ ਸਮਝ ਆਉਂਦਿਆਂ ਹੀ ਸ਼ੁਭਮ ਨੂੰ ਅਹਿਸਾਸ ਹੋਇਆ ਕਿ ਰਿਸਕ ਉਹਨਾਂ ਲਈ ਨਹੀਂ ਜੋ ਅੰਧੇ ਹੋ ਕੇ ਜ਼ਿੰਦਗੀ ਦੇ ਖੇਡ ਵਿੱਚ ਕੁੱਦ ਪੈਂਦੇ ਹਨ, ਬਲਕਿ ਉਹਨਾਂ ਲਈ ਹੈ ਜੋ ਸਮਝਦਾਰੀ ਨਾਲ ਹਰੇਕ ਪਾਸੇ ਦੇਖਦੇ ਹੋਏ ਸੰਭਾਵਿਤ ਖਤਰੇ ਨੂੰ ਘੱਟ ਕਰਦੇ ਹੋਏ ਅੱਗੇ ਵਧਦੇ ਹਨ। ਉਸ ਸਮੇਂ ਸ਼ੁਭਮ ਨੇ ਸੋਚਿਆ ਸੀ ਕਿ ਅਰਜੁਨ ਪਾਗਲ ਹੈ, ਪਰ ਹੁਣ ਉਸ ਨੂੰ ਸਮਝ ਆ ਰਹੀ ਸੀ ਕਿ ਅਰਜੁਨ ਨੇ ਬੇਸਮਝੀ ਨਾਲ ਨਹੀਂ ਬਲਕਿ ਕੈਲਕੂਲੇਟਡ ਰਿਸਕ ਲਿਆ ਸੀ। ਸ਼ੁਭਮ ਜਦੋਂ ਕਿਤਾਬ ਪੜ੍ਹ ਰਿਹਾ ਸੀ, ਉਸ ਨੂੰ ਇਹ ਲੱਗਣ ਲੱਗ ਪਿਆ ਜਿਵੇਂ ਰਿਚਰਡ ਹੈਰਿਸ ਉਸ ਨਾਲ ਸਿੱਧੀ ਗੱਲਬਾਤ ਕਰ ਰਿਹਾ ਹੋਵੇ। ਉਹ ਕਹਿ ਰਿਹਾ ਸੀ, ਸ਼ੁਭਮ, ਤੂੰ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਰਿਸਕ ਨਹੀਂ ਲੈਂਦਾ। ਤੂੰ ਹਮੇਸ਼ਾ ਆਪਣੇ ਕੰਫਰਟ ਜ਼ੋਨ ਵਿੱਚ ਰਹਿੰਦਾ ਹੈ। ਪਰ ਕੀ ਤੂੰ ਕਦੇ ਸੋਚਿਆ ਹੈ ਕਿ ਜੇਕਰ ਤੂੰ ਕੈਲਕੂਲੇਟਡ ਰਿਸਕ ਲੈਣਾ ਸ਼ੁਰੂ ਕਰ ਦੇਵੇਂ ਤਾਂ ਤੇਰੀ ਜ਼ਿੰਦਗੀ ਕਿੰਨੀ ਬਦਲ ਸਕਦੀ ਹੈ? ਸ਼ੁਭਮ ਨੇ ਪੜ੍ਹਨਾ ਜਾਰੀ ਰੱਖਿਆ। ਕਿਤਾਬ ਵਿੱਚ ਇੱਕ ਕਹਾਣੀ ਸੀ ਇੱਕ ਪਹਾੜੀ ਚੜ੍ਹਾਈ ਕਰਨ ਵਾਲੇ ਵਿਅਕਤੀ ਦੀ, ਜਿਸਨੇ ਮਾਊਂਟ ਐਵਰੈਸਟ ਤੇ ਚੜ੍ਹਾਈ ਕਰਨ ਲਈ ਸਾਲਾਂ ਤੱਕ ਟ੍ਰੇਨਿੰਗ ਕੀਤੀ, ਆਪਣੀ ਬਾਡੀ ਨੂੰ ਐਕਸਟ੍ਰੀਮ ਹਾਲਾਤਾਂ ਲਈ ਤਿਆਰ ਕੀਤਾ, ਹਰ ਕਦਮ ਤੇ ਆਪਣੇ ਫੈਸਲੇ ਦਾ ਵਿਸ਼ਲੇਸ਼ਣ ਕੀਤਾ। ਉਸਨੇ ਰਿਸਕ ਲਿਆ, ਪਰ ਉਹ ਇੱਕ ਯੋਜਨਾਬੱਧ ਰਿਸਕ ਸੀ, ਜਿਸ ਕਰਕੇ ਉਹ ਸਫਲ ਹੋਇਆ। ਸ਼ੁਭਮ ਨੇ ਕਿਤਾਬ ਬੰਦ ਕੀਤੀ ਅਤੇ ਸੋਚਿਆ ਕਿ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹਾ ਕਰ ਸਕਦਾ ਹਾਂ। ਉਸਨੇ ਅੱਖਾਂ ਬੰਦ ਕਰਕੇ ਆਪਣੇ ਆਪ ਤੋਂ ਪੁੱਛਿਆ, ਮੈਂ ਸਭ ਤੋਂ ਵੱਡਾ ਡਰ ਕਿਹੜਾ ਮਹਿਸੂਸ ਕਰਦਾ ਹਾਂ? ਜਵਾਬ ਫੌਰਨ ਆਇਆ, ਅਸਫਲਤਾ। ਮੈਂ ਹਰ ਚੀਜ਼ ਇਸ ਕਰਕੇ ਟਾਲਦਾ ਹਾਂ ਕਿਉਂਕਿ ਮੈਨੂੰ ਡਰ ਹੁੰਦਾ ਹੈ ਕਿ ਜੇਕਰ ਮੈਂ ਫੇਲ ਹੋ ਗਿਆ ਤਾਂ। ਪਰ ਹੈਰਿਸ ਤਾਂ ਇਹੀ ਕਹਿ ਰਿਹਾ ਸੀ ਕਿ ਫੇਲਿਅਰ ਤੋਂ ਡਰਨ ਦੀ ਬਜਾਏ ਮੈਨੂੰ ਉਸ ਦੀ ਗਹਿਰੀ ਜਾਂਚ ਕਰਨੀ ਚਾਹੀਦੀ ਹੈ। ਮੈਨੂੰ ਸੋਚਣਾ ਚਾਹੀਦਾ ਹੈ ਕਿ ਸਭ ਤੋਂ ਖਰਾਬ ਸੰਭਾਵਨਾ ਕੀ ਹੋ ਸਕਦੀ ਹੈ। ਜੇਕਰ ਮੈਂ ਆਪਣੇ ਆਪ ਨੂੰ ਉਸ ਲਈ ਤਿਆਰ ਕਰ ਲਵਾਂ ਤਾਂ ਸ਼ਾਇਦ ਮੈਂ ਜਿੱਤ ਸਕਾਂ। ਉਸੇ ਸਮੇਂ ਸ਼ੁਭਮ ਨੇ ਫੈਸਲਾ ਕਰ ਲਿਆ ਕਿ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਛੋਟਾ ਪਰ ਅਰਥਪੂਰਨ ਰਿਸਕ ਲਵੇਗਾ। ਪਰ ਕਿਹੜਾ? ਉਸਨੇ ਆਪਣੀ ਡਾਇਰੀ ਕੱਢੀ ਅਤੇ ਉਹਨਾਂ ਚੀਜ਼ਾਂ ਦੀ ਲਿਸਟ ਬਣਾਉਣ ਲੱਗ ਪਿਆ ਜੋ ਉਹ ਹਮੇਸ਼ਾ ਕਰਨਾ ਚਾਹੁੰਦਾ ਸੀ, ਪਰ ਡਰ ਦੀ ਵਜ੍ਹਾ ਨਾਲ ਕਦੇ ਕਰ ਨਹੀਂ ਪਾਇਆ। ਸਭ ਤੋਂ ਪਹਿਲੀ ਚੀਜ਼ ਜੋ ਉਸਨੇ ਲਿਖੀ ਉਹ ਸੀ ਆਪਣਾ ਖੁਦ ਦਾ ਬਿਜ਼ਨਸ ਸ਼ੁਰੂ ਕਰਨਾ। ਸ਼ੁਭਮ ਨੂੰ ਹਮੇਸ਼ਾ ਫੋਟੋਗ੍ਰਾਫੀ ਦਾ ਸ਼ੌਂਕ ਸੀ। ਉਹ ਸੋਚਦਾ ਸੀ ਕਿ ਜੇਕਰ ਉਹ ਇੱਕ ਫ੍ਰੀਲਾਂਸ ਫੋਟੋਗ੍ਰਾਫਰ ਬਣੇ ਤਾਂ ਉਸ ਦੀ ਕ੍ਰੀਏਟੀਵਿਟੀ ਨੂੰ ਨਵੀਂ ਉਡਾਣ ਮਿਲੇਗੀ। ਪਰ ਫਿਰ ਉਸ ਦੇ ਮਨ ਵਿੱਚ ਸਵਾਲ ਆਉਂਦੇ, ਜੇਕਰ ਮੈਨੂੰ ਕਲਾਇੰਟ ਨਾ ਮਿਲੇ ਤਾਂ? ਜੇਕਰ ਮੈਂ ਫੇਲ ਹੋ ਗਿਆ ਤਾਂ? ਜੇਕਰ ਮੈਂ ਪੈਸੇ ਨਾ ਕਮਾ ਪਾਇਆ ਤਾਂ? ਪਰ ਇਸ ਵਾਰੀ ਸ਼ੁਭਮ ਨੇ ਕੁਝ ਵੱਖਰਾ ਕੀਤਾ। ਉਸਨੇ ਆਪਣੀ ਲਿਸਟ ਦੇ ਹੇਠਾਂ ਲਿਖਿਆ, ਸਭ ਤੋਂ ਵੱਡਾ ਨੁਕਸਾਨ ਕੀ ਹੋ ਸਕਦਾ ਹੈ ਅਤੇ ਆਪਣੇ ਸਭ ਤੋਂ ਵੱਡੇ ਡਰ ਲਿਖੇ। 1. ਜੇਕਰ ਕਲਾਇੰਟਸ ਨਾ ਮਿਲੇ। 2. ਜੇਕਰ ਮੈਨੂੰ ਆਰਥਿਕ ਤੌਰ ਤੇ ਸੰਘਰਸ਼ ਕਰਨਾ ਪਏ। ਆਪਣੇ ਡਰਾਂ ਦਾ ਸਾਹਮਣਾ ਕਰਕੇ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਣਾ। ਸ਼ੁਭਮ ਨੇ ਸੋਚਿਆ ਕਿ ਲੋਕ ਉਸ ਦਾ ਮਜ਼ਾਕ ਉਡਾਉਣਗੇ, ਪਰ ਫਿਰ ਉਸਨੇ ਹਰ ਡਰ ਨੂੰ ਐਡਰੈਸ ਕਰਨਾ ਸ਼ੁਰੂ ਕਰ ਦਿੱਤਾ। ਜੇਕਰ ਕਲਾਇੰਟ ਨਾ ਮਿਲੇ ਤਾਂ? ਉਸਨੇ ਸੋਚਿਆ ਕਿ ਸ਼ੁਰੂਆਤ ਵਿੱਚ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਲਈ ਮੁਫਤ ਵਿੱਚ ਸ਼ੂਟ ਕਰ ਸਕਦਾ ਹੈ, ਜਿਸ ਨਾਲ ਉਸ ਦਾ ਪੋਰਟਫੋਲੀਓ ਬਣੇਗਾ। ਜੇਕਰ ਆਰਥਿਕ ਸੰਘਰਸ਼ ਹੋਇਆ ਤਾਂ ਉਸਨੇ ਸੋਚਿਆ ਕਿ ਉਹ ਪਾਰਟ ਟਾਈਮ ਜੌਬ ਕਰ ਸਕਦਾ ਹੈ। ਜੇਕਰ ਲੋਕ ਮਜ਼ਾਕ ਉਡਾਉਣਗੇ, ਉਸਨੇ ਸੋਚਿਆ ਉਹਨਾਂ ਨੂੰ ਕਰਨ ਦਿਓ, ਮੇਰੀ ਜ਼ਿੰਦਗੀ ਮੇਰੇ ਲਈ ਹੈ, ਉਹਨਾਂ ਲਈ ਨਹੀਂ। ਜਿਹੜੀਆਂ ਗੱਲਾਂ ਸਿਰਫ ਉਸ ਦੀ ਸੋਚ ਵਿੱਚ ਹੀ ਸੀ ਉਹ ਹੁਣ ਹਕੀਕਤ ਬਣਨ ਲੱਗ ਪਈਆਂ। ਅਗਲੇ ਦਿਨ ਉਸਨੇ ਆਪਣੀਆਂ ਬਚਤਾਂ ਨਾਲ ਇੱਕ ਵਧੀਆ ਕੈਮਰਾ ਖਰੀਦਿਆ। ਉਹ ਹਾਲੇ ਵੀ ਥੋੜਾ ਡਰਿਆ ਹੋਇਆ ਸੀ, ਪਰ ਹੈਰਿਸ ਦੇ ਸ਼ਬਦ ਉਸ ਨੂੰ ਮੋਟੀਵੇਟ ਕਰ ਰਹੇ ਸਨ। ਉਸਨੇ ਆਪਣੇ ਸ਼ਹਿਰ ਦੇ ਇੱਕ ਛੋਟੇ ਗਾਰਡਨ ਵਿੱਚ ਜਾ ਕੇ ਪ੍ਰੈਕਟਿਸ ਸ਼ੁਰੂ ਕੀਤੀ, ਨੇਚਰ ਸ਼ਾਟਸ ਲਈਆਂ, ਬੱਚਿਆਂ ਦੀਆਂ ਕੈਂਡਿਡ ਤਸਵੀਰਾਂ ਖਿੱਚੀਆਂ ਅਤੇ ਹੌਲੀ-ਹੌਲੀ ਉਹਨੂੰ ਲੱਗਣ ਲੱਗਿਆ ਕਿ ਫੋਟੋਗ੍ਰਾਫੀ ਉਸ ਦੀ ਕਾਲਿੰਗ ਹੈ। ਕੁਝ ਹਫ਼ਤੇ ਬਾਅਦ ਉਸ ਦੇ ਇੱਕ ਦੋਸਤ ਦੀ ਸ਼ਾਦੀ ਸੀ। ਦੋਸਤ ਨੇ ਕੈਜੂਅਲੀ ਕਿਹਾ, ਸ਼ੁਭਮ,
ਸਾਡਾ ਵਿਆਹ ਦਾ ਫੋਟੋਗ੍ਰਾਫਰ ਆਖਰੀ ਪਲ ਤੇ ਮਨਾ ਕਰ ਗਿਆ ਕਿ ਤੂੰ ਕੁਝ ਤਸਵੀਰਾਂ ਖਿੱਚ ਸਕਦਾ ਹੈ। ਸ਼ੁਭਮ ਨੇ ਇੱਕ ਪਲ ਲਈ ਸੋਚਿਆ ਕਿ ਮਨਾ ਕਰ ਦੇਵੇ, ਪਰ ਫਿਰ ਉਸਨੂੰ ਹੈਰਿਸ ਦੀ ਕਿਤਾਬ ਦਾ ਪਹਿਲਾ ਲੈਸਨ ਯਾਦ ਆਇਆ। ਕੇਅਰਫੁਲੀ ਮੈਨੇਜਡ ਰਿਸਕ ਨੂੰ ਸਵੀਕਾਰ ਕਰੋ। ਉਸਨੇ ਆਪਣੇ ਆਪ ਨੂੰ ਕਿਹਾ, ਤਿਆਰੀ ਮੈਂ ਕਰ ਚੁੱਕਾ ਹਾਂ। ਸਭ ਤੋਂ ਖਰਾਬ ਸੰਭਾਵਨਾ ਕੀ ਹੋ ਸਕਦੀ ਹੈ? ਜੇਕਰ ਤਸਵੀਰਾਂ ਵਧੀਆ ਨਾ ਆਈਆਂ ਤਾਂ ਇਹ ਲੋਕ ਮੈਨੂੰ ਬੁਰਾ ਭਲਾ ਕਹਿ ਸਕਦੇ ਹਨ, ਪਰ ਘੱਟੋ-ਘੱਟ ਮੈਨੂੰ ਇੱਕ ਮੌਕਾ ਤਾਂ ਮਿਲੇਗਾ ਸਿੱਖਣ ਦਾ। ਉਸਨੇ ਹਾਂ ਕਹਿ ਦਿੱਤੀ ਅਤੇ ਪੂਰੀ ਸ਼ਾਦੀ ਵਿੱਚ ਫੋਟੋਗ੍ਰਾਫੀ ਕੀਤੀ। ਜਦੋਂ ਉਸਨੇ ਫੋਟੋ ਐਡਿਟ ਕਰਕੇ ਦੋਸਤ ਨੂੰ ਭੇਜੀਆਂ ਤਾਂ ਰਿਸਪਾਂਸ ਉਮੀਦ ਤੋਂ ਬਹੁਤ ਵਧੀਆ ਸੀ। ਸ਼ੁਭਮ, ਇਹ ਤਾਂ ਕਮਾਲ ਦੀਆਂ ਤਸਵੀਰਾਂ ਹਨ। ਤੂੰ ਤਾਂ ਪ੍ਰੋਫੈਸ਼ਨਲ ਫੋਟੋਗ੍ਰਾਫਰਾਂ ਨੂੰ ਵੀ ਪਿੱਛੇ ਛੱਡ ਦਿੱਤਾ। ਉਸ ਦਿਨ ਸ਼ੁਭਮ ਨੂੰ ਅਸਲ ਮਾਇਨੇ ਵਿੱਚ ਸਮਝ ਆਇਆ ਕਿ ਰਿਸਕ ਲੈਣ ਦਾ ਅਰਥ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ ਨਹੀਂ, ਬਲਕਿ ਆਪਣੇ ਡਰਾਂ ਨੂੰ ਸਮਝ ਕੇ, ਤਿਆਰੀ ਕਰਕੇ ਅਤੇ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਕਰਕੇ ਅੱਗੇ ਵਧਣਾ ਹੈ। ਸ਼ੁਭਮ ਨੇ ਸੋਚਿਆ ਕਿ ਕੀ ਰੇਜ਼ਿਲੀਕਸ ਦੀ ਵਾਕਈ ਉਸਨੂੰ ਲੋੜ ਸੀ। ਪਰ ਜਿਵੇਂ-ਜਿਵੇਂ ਉਸਨੇ ਅੱਗੇ ਪੜ੍ਹਨਾ ਸ਼ੁਰੂ ਕੀਤਾ, ਹੈਰਿਸ ਦੇ ਸ਼ਬਦਾਂ ਨੇ ਉਸਨੂੰ ਗਹਿਰੀ ਸੋਚ ਵਿੱਚ ਪਾ ਦਿੱਤਾ। ਰੇਜ਼ਿਲੀਕਸ ਸਿਰਫ ਵੱਡੀਆਂ ਮੁਸ਼ਕਲਾਂ ਵਿੱਚ ਹੀ ਨਹੀਂ, ਸਗੋਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਲੋੜੀਂਦੀ ਹੁੰਦੀ ਹੈ। ਜਦੋਂ ਅਸੀਂ ਵਾਰ-ਵਾਰ ਅਸਫਲ ਹੁੰਦੇ ਹਾਂ ਤੇ ਫਿਰ ਵੀ ਖੜੇ ਹੁੰਦੇ ਹਾਂ, ਤਦ ਅਸਲ ਤਾਕਤ ਪੈਦਾ ਹੁੰਦੀ ਹੈ। ਇਹ ਪੜ੍ਹਦੇ ਹੀ ਸ਼ੁਭਮ ਦੀ ਯਾਦਾਂ ਵਿੱਚ ਇੱਕ ਪੁਰਾਣੀ ਘਟਨਾ ਤਾਜ਼ਾ ਹੋ ਗਈ। ਕਾਲਜ ਦੇ ਦਿਨਾਂ ਵਿੱਚ ਉਸਨੇ ਇੱਕ ਡਿਬੇਟ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਉਸਨੂੰ ਆਪਣੀ ਤਿਆਰੀ ਤੇ ਪੂਰਾ ਭਰੋਸਾ ਸੀ, ਪਰ ਜਦੋਂ ਉਹ ਸਟੇਜ ਤੇ ਪਹੁੰਚਿਆ ਤਾਂ ਉਸਦੇ ਪੈਰ ਕੰਬਣ ਲੱਗੇ, ਆਵਾਜ਼ ਲੜਖੜਾਉਣ ਲੱਗੀ ਅਤੇ ਉਹ ਆਪਣੀ ਪੂਰੀ ਸਪੀਚ ਭੁੱਲ ਗਿਆ। ਉਸ ਘਟਨਾ ਤੋਂ ਬਾਅਦ ਉਸਨੇ ਕਦੇ ਵੀ ਪਬਲਿਕ ਸਪੀਕਿੰਗ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਸਨੂੰ ਲੱਗਣ ਲੱਗ ਗਿਆ ਸੀ ਕਿ ਉਹ ਇਸ ਲਈ ਬਣਿਆ ਹੀ ਨਹੀਂ। ਪਰ ਹੁਣ ਇਸ ਕਿਤਾਬ ਨੇ ਉਸਦੀ ਸੋਚ ਬਦਲਣ ਸ਼ੁਰੂ ਕਰ ਦਿੱਤੀ। ਅਸਫਲਤਾਵਾਂ ਤੋਂ ਭੱਜਣ ਦੀ ਬਜਾਏ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਹੀ ਅਸਲੀ ਆਤਮ ਵਿਸ਼ਵਾਸ ਪੈਦਾ ਕਰਦੀ ਹੈ। ਹੈਰਿਸ ਨੇ ਇੱਕ ਪਰਵਤਾਰੋਹੀ ਦੀ ਕਹਾਣੀ ਵੀ ਸ਼ੇਅਰ ਕੀਤੀ, ਜਿਸਨੇ ਕਈ ਵਾਰ ਉਚਾਈਆਂ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਅਸਫਲ ਹੋਇਆ। ਹਰ ਵਾਰ ਉਹ ਡਿੱਗਿਆ, ਪਰ ਹਰ ਵਾਰ ਉਹ ਹੋਰ ਮਜ਼ਬੂਤ ਹੋ ਕੇ ਉੱਠਿਆ। ਆਖਿਰਕਾਰ ਉਸਨੇ ਆਪਣਾ ਸੁਪਨਾ ਪੂਰਾ ਕਰ ਲਿਆ। ਸ਼ੁਭਮ ਨੂੰ ਮਹਿਸੂਸ ਹੋਇਆ ਕਿ ਜੇਕਰ ਉਹ ਵੀ ਆਪਣੇ ਡਰਾਂ ਦਾ ਸਾਹਮਣਾ ਕਰੇ, ਆਪਣੇ ਅਤੀਤ ਦੀਆਂ ਅਸਫਲਤਾਵਾਂ ਚੋਂ ਸਿੱਖੇ, ਤਾਂ ਉਹ ਵੀ ਜ਼ਿੰਦਗੀ ਵਿੱਚ ਅੱਗੇ ਵਧ ਸਕਦਾ ਹੈ। ਹੁਣ ਇਹ ਕਿਤਾਬ ਸਿਰਫ ਇੱਕ ਕਿਤਾਬ ਨਹੀਂ ਰਹੀ ਸੀ, ਇਹ ਇੱਕ ਸਾਥੀ ਬਣ ਚੁੱਕੀ ਸੀ ਜੋ ਹਰ ਨਵੇਂ ਪੜਾਅ ਤੇ ਉਸਦੀ ਮਦਦ ਕਰ ਰਹੀ ਸੀ। ਪਹਿਲੇ ਲੈਸਨ ਤੋਂ ਮਿਲੇ ਆਤਮ ਵਿਸ਼ਵਾਸ ਨੇ ਉਸਦੀ ਜ਼ਿੰਦਗੀ ਵਿੱਚ ਇੱਕ ਨਵੀਂ ਊਰਜਾ ਭਰ ਦਿੱਤੀ ਸੀ। ਹੁਣ ਉਹ ਹਰ ਰੋਜ਼ ਨਵੇਂ ਪੰਨੇ ਪਲਟਣ ਲਈ ਉਤਸ਼ਾਹਿਤ ਰਹਿੰਦਾ। ਇਹ ਸਿਰਫ ਸ਼ੁਰੂਆਤ ਸੀ। ਸ਼ੁਭਮ ਨੂੰ ਮਹਿਸੂਸ ਹੋਇਆ ਕਿ ਜੇਕਰ ਉਹ ਆਪਣੇ ਡਰਾਂ ਨੂੰ ਹਰਾ ਸਕਦਾ ਹੈ ਤਾਂ ਕਿਉਂ ਨਾ ਹੋਰ ਨਵੇਂ ਚੈਲੰਜ ਲੈ ਜਾਣ। ਉਸਨੇ ਆਪਣੀ ਡਾਇਰੀ ਵਿੱਚ ਲਿਖਿਆ, 1 ਪਬਲਿਕ ਸਪੀਕਿੰਗ ਵਿੱਚ ਚੰਗਾ ਬਣਨਾ ਹੈ। 2 ਹਰ ਹਫ਼ਤੇ ਇੱਕ ਨਵਾਂ ਚੈਲੰਜ ਲੈਣਾ ਹੈ। ਅਗਲੇ ਦਿਨ ਦਫ਼ਤਰ ਵਿੱਚ ਇੱਕ ਮੀਟਿੰਗ ਸੀ। ਸ਼ੁਭਮ ਹਮੇਸ਼ਾ ਇਹ ਕੋਸ਼ਿਸ਼ ਕਰਦਾ ਸੀ ਕਿ ਬੌਸ ਦੀ ਨਜ਼ਰ ਉਸ ਤੇ ਨਾ ਪਏ ਤਾਂ ਜੋ ਉਸਨੂੰ ਕੁਝ ਬੋਲਣਾ ਨਾ ਪਏ, ਪਰ ਇਸ ਵਾਰ ਉਸਨੇ ਆਪਣੇ ਆਪ ਨੂੰ ਚੁਣੌਤੀ ਦਿੱਤੀ। ਜਦੋਂ ਬੌਸ ਨੇ ਪੁੱਛਿਆ ਕਿ ਕੌਣ ਟੀਮ ਦਾ ਅਪਡੇਟ ਦੇਵੇਗਾ ਤਾਂ ਸ਼ੁਭਮ ਨੇ ਹੌਲੀ-ਹੌਲੀ ਆਪਣਾ ਹੱਥ ਚੁੱਕ ਦਿੱਤਾ। ਸਭ ਨੇ ਹੈਰਾਨ ਹੋ ਕੇ ਉਸ ਵੱਲ ਦੇਖਿਆ। ਸ਼ੁਭਮ ਖੁਦ ਵੀ ਨਰਵਸ ਸੀ, ਉਸਦੇ ਹੱਥ ਪਸੀਨੇ ਨਾਲ ਭੀਗ ਰਹੇ ਸਨ, ਪਰ ਉਸਨੇ ਆਪਣੇ ਮਨ ਵਿੱਚ ਸੋਚਿਆ, ਹੈਰਿਸ ਨੇ ਕਿਹਾ ਸੀ ਕਿ ਡਰ ਦਾ ਸਾਹਮਣਾ ਕਰੋ। ਜੇਕਰ ਅੱਜ ਅਸਫਲ ਹੋਇਆ ਤਾਂ ਅਗਲੀ ਵਾਰ ਵਧੀਆ ਕਰਾਂਗਾ। ਉਸਨੇ ਬੋਲਣਾ ਸ਼ੁਰੂ ਕੀਤਾ। ਸ਼ੁਰੂਆਤ ਵਿੱਚ ਆਵਾਜ਼ ਹੌਲੀ ਸੀ, ਪਰ ਜਿਵੇਂ-ਜਿਵੇਂ ਉਹ ਬੋਲਦਾ ਗਿਆ, ਉਸਦਾ ਭਰੋਸਾ ਵਧਣ ਲੱਗਾ। ਜਦ ਉਹ ਖਤਮ ਹੋਇਆ, ਬੌਸ ਨੇ ਮੁਸਕਰਾ ਕੇ ਕਿਹਾ, ਗੁੱਡ ਜੌਬ ਸ਼ੁਭਮ, ਐਟ ਵਾਜ਼ ਕਲੀਅਰ ਐਂਡ ਪ੍ਰੀਸਾਈਜ਼। ਉਸ ਦਿਨ ਸ਼ੁਭਮ ਨੇ ਮਹਿਸੂਸ ਕੀਤਾ ਕਿ ਅਕਸਰ ਅਸੀਂ ਅਸਫਲਤਾ ਦੇ ਡਰ ਨੂੰ ਆਪਣੇ ਮਨ ਵਿੱਚ ਹੱਦੋਂ ਵਧਾ ਚੁੱਕਦੇ ਹਾਂ, ਪਰ ਜਦ ਅਸੀਂ ਉਸ ਨੂੰ ਅਸਲ ਵਿੱਚ ਫੇਸ ਕਰਦੇ ਹਾਂ ਤਾਂ ਉਹਨਾਂ ਮੁਸ਼ਕਲ ਨਹੀਂ ਹੁੰਦਾ। ਕਿਤਾਬ ਵਿੱਚ ਹੈਰਿਸ ਨੇ ਰੇਜ਼ਿਲੀਕਸ ਨੂੰ ਇੱਕ ਮਾਸਲ ਵਾਂਗ ਦੱਸਿਆ ਸੀ। ਜੇਕਰ ਤੁਸੀਂ ਉਸ ਨੂੰ ਵਾਰ-ਵਾਰ ਵਰਤਦੇ ਹੋ ਤਾਂ ਉਹ ਹੋਰ ਮਜ਼ਬੂਤ ਬਣਦੀ ਹੈ। ਸ਼ੁਭਮ ਨੇ ਇਹ ਗੱਲ ਦਿਲੋਂ ਸਮਝ ਲਈ। ਹੁਣ ਉਹ ਆਪਣੇ ਆਪ ਨੂੰ ਨਵੇਂ ਚੈਲੰਜ ਦੇਣ ਲੱਗ ਪਿਆ। ਇੱਕ ਦਿਨ ਉਸਦੇ ਦੋਸਤ ਅਰਜੁਨ ਨੇ ਉਸਨੂੰ ਟਰੈਕਿੰਗ ਲਈ ਸੱਦਾ ਦਿੱਤਾ। ਸ਼ੁਭਮ ਨੂੰ ਉਚਾਈਆਂ ਤੋਂ ਡਰ ਲੱਗਦਾ ਸੀ। ਪਹਿਲਾਂ ਤਾਂ ਉਸਨੇ ਇਨਕਾਰ ਕਰਨਾ ਚਾਹਿਆ, ਪਰ ਫਿਰ ਉਸਨੂੰ ਹੈਰਿਸ ਦੀ ਗੱਲ ਯਾਦ ਆਈ, ਕੰਫਰਟ ਜ਼ੋਨਸ ਸਾਨੂੰ ਕਮਜ਼ੋਰ ਬਣਾਉਂਦੇ ਹਨ, ਬਾਹਰ ਨਿਕਲੋ ਅਤੇ ਆਪਣੀ ਤਾਕਤ ਨੂੰ ਪਛਾਣੋ। ਸ਼ੁਭਮ ਨੇ ਅਰਜੁਨ ਨਾਲ ਟਰੈਕਿੰਗ ਤੇ ਜਾਣ ਦਾ ਫੈਸਲਾ ਕੀਤਾ। ਰਾਹ ਆਸਾਨ ਨਹੀਂ ਸੀ, ਕਿਤੇ ਟਲਵਾਂ ਚੜਾਈ ਸੀ, ਕਿਤੇ ਪੱਥਰਾਂ ਨਾਲ ਭਰਿਆ ਹੋਇਆ ਤੰਗ ਰਾਹ। ਇੱਕ ਜਗ੍ਹਾ ਆ ਕੇ ਉਸਦਾ ਡਰ ਹੋਰ ਵੱਧ ਗਿਆ। ਉਸਦੇ ਪੈਰ ਕੰਬ ਰਹੇ ਸਨ। ਉਸਨੂੰ ਲੱਗ ਰਿਹਾ ਸੀ ਕਿ ਉਹ ਹਰ ਪਲ ਡਿੱਗ ਸਕਦਾ ਹੈ। ਪਰ ਫਿਰ ਅਰਜੁਨ ਨੇ ਉਸਨੂੰ ਸ਼ਾਂਤ ਕੀਤਾ। ਜੇਕਰ ਡਿੱਗਣ ਦਾ ਡਰ ਹੈ ਤਾਂ ਇੱਕ ਕਦਮ ਤੇ ਫੋਕਸ ਕਰ, ਪੂਰੀ ਉਚਾਈ ਨੂੰ ਨਾ ਦੇਖ, ਸਿਰਫ ਅਗਲੇ ਕਦਮ ਤੇ ਧਿਆਨ ਦੇ। ਇਹ ਸੁਣ ਕੇ ਸ਼ੁਭਮ ਨੇ ਹੌਲੀ-ਹੌਲੀ ਚੜ੍ਹਾਈ ਸ਼ੁਰੂ ਕੀਤੀ। ਹਰ ਕਦਮ ਤੇ ਉਸਦਾ ਡਰ ਹੌਲੀ-ਹੌਲੀ ਘਟਦਾ ਗਿਆ। ਜਦ ਉਹ ਉੱਪਰ ਪਹੁੰਚਿਆ ਅਤੇ ਚਾਰੇ ਪਾਸੇ ਦੇ ਦ੍ਰਿਸ਼ ਨੂੰ ਵੇਖਿਆ ਤਾਂ ਉਸਨੂੰ ਲੱਗਾ ਜਿਵੇਂ ਉਸਨੇ ਆਪਣੇ ਡਰ ਨੂੰ ਪਿੱਛੇ ਛੱਡ ਦਿੱਤਾ ਹੋਵੇ। ਉਸ ਦਿਨ ਉਸਨੇ ਸੱਚਮੁੱਚ ਸਮਝ ਲਿਆ ਕਿ ਰਿਸਕ ਲੈਣਾ ਜ਼ਿੰਦਗੀ ਨੂੰ ਬਿਹਤਰ ਬਣਾਉਂਦਾ ਹੈ, ਨਾ ਕਿ ਖਤਰੇ ਵਿੱਚ ਪਾਉਂਦਾ।
ਟਰੈਕ ਤੋਂ ਵਾਪਸ ਆਉਂਦੇ ਹੋਏ ਸ਼ੁਭਮ ਨੂੰ ਮਹਿਸੂਸ ਹੋਇਆ ਕਿ ਰੇਜ਼ਿਲਿਕਸ ਸਿਰਫ ਸਰੀਰਕ ਤਾਕਤ ਨਹੀਂ ਸਗੋਂ ਮਾਨਸਿਕ ਤਾਕਤ ਵੀ ਹੈ। ਜੇਕਰ ਉਹ ਮੱਧ ਰਾਹ ਵਿੱਚ ਹਾਰ ਮੰਨ ਲੈਂਦਾ ਤਾਂ ਉਹ ਸੁੰਦਰ ਨਜ਼ਾਰਾ ਕਦੇ ਨਹੀਂ ਦੇਖ ਸਕਦਾ। ਹੁਣ ਉਸ ਦੀ ਸੋਚ ਬਦਲ ਚੁੱਕੀ ਸੀ। ਉਹ ਹਰ ਛੋਟੀ ਵੱਡੀ ਚੁਣੌਤੀ ਨੂੰ ਇੱਕ ਮੌਕੇ ਵਾਂਗ ਦੇਖਣ ਲੱਗ ਪਿਆ। ਉਸਨੇ ਆਪਣੀ ਫੋਟੋਗ੍ਰਾਫੀ ਨੂੰ ਹੋਰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ। ਕੁਝ ਲੋਕ ਉਸ ਦੇ ਕੰਮ ਦੀ ਤਾਰੀਫ ਕਰਦੇ ਤਾਂ ਕੁਝ ਆਲੋਚਨਾ ਵੀ ਕਰਦੇ। ਪਹਿਲਾਂ ਉਹ ਆਲੋਚਨਾ ਤੋਂ ਪ੍ਰਭਾਵਿਤ ਹੁੰਦਾ ਸੀ, ਪਰ ਹੁਣ ਉਹ ਇਸ ਨੂੰ ਸਿੱਖਣ ਦਾ ਮੌਕਾ ਮੰਨਦਾ। ਕੁਝ ਮਹੀਨਿਆਂ ਬਾਅਦ ਇੱਕ ਵੱਡਾ ਫੋਟੋਗ੍ਰਾਫੀ ਮੁਕਾਬਲਾ ਆਇਆ। ਸ਼ੁਭਮ ਨੂੰ ਲੱਗਾ ਕਿ ਇਹ ਉਸ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ, ਪਰ ਜਦੋਂ ਉਸਨੇ ਵੇਖਿਆ ਕਿ ਨਾਮੀ ਫੋਟੋਗ੍ਰਾਫਰ ਵੀ ਹਿੱਸਾ ਲੈ ਰਹੇ ਹਨ ਤਾਂ ਉਸ ਦੇ ਮਨ ਵਿੱਚ ਆਇਆ ਕਿ ਮੈਂ ਉਹਨਾਂ ਸਾਹਮਣੇ ਟਿਕ ਸਕਾਂਗਾ। ਫਿਰ ਉਸਨੂੰ ਹੈਰਿਸ ਦੀ ਕਿਤਾਬ ਦਾ ਦੂਜਾ ਪਾਠ ਯਾਦ ਆਇਆ। ਸਭ ਤੋਂ ਵਧੀਆ ਇਹ ਹੋ ਸਕਦਾ ਹੈ ਕਿ ਮੈਂ ਜਿੱਤ ਜਾਵਾਂ ਅਤੇ ਸਭ ਤੋਂ ਮਾੜਾ ਇਹ ਕਿ ਮੇਰਾ ਨਾਂ ਲਿਸਟ 'ਚ ਨਾ ਆਵੇ, ਪਰ ਜੋ ਮੈਂ ਸਿੱਖਾਂਗਾ ਉਹ ਮੈਨੂੰ ਹੋਰ ਅੱਗੇ ਵਧਾਉਂਦੇ ਰਹੇਗਾ। ਇਹ ਸੋਚਦੇ ਹੋਏ ਉਸਨੇ ਆਪਣੀ ਸਭ ਤੋਂ ਵਧੀਆ ਫੋਟੋ ਭੇਜੀ। ਜਦੋਂ ਨਤੀਜੇ ਆਏ ਤਾਂ ਉਸਦਾ ਨਾਂ ਜੇਤੂਆਂ ਦੀ ਲਿਸਟ 'ਚ ਨਹੀਂ ਸੀ। ਕੁਝ ਮਿੰਟਾਂ ਲਈ ਉਹ ਨਿਰਾਸ਼ ਹੋਇਆ, ਪਰ ਉਹ ਹਾਰ ਮੰਨਣ ਵਾਲਾ ਨਹੀਂ ਸੀ। ਉਸਨੇ ਕੰਪੀਟੀਸ਼ਨ ਦੇ ਜੱਜਾਂ ਤੋਂ ਫੀਡਬੈਕ ਮੰਗਿਆ। ਜਦੋਂ ਫੀਡਬੈਕ ਮਿਲਿਆ ਤਾਂ ਉਸਨੂੰ ਪਤਾ ਲੱਗਾ ਕਿ ਉਸ ਦੀ ਫੋਟੋ ਵਿੱਚ ਲਾਈਟਿੰਗ ਅਤੇ ਕੰਪੋਜੀਸ਼ਨ ਵਿੱਚ ਸੁਧਾਰ ਦੀ ਲੋੜ ਸੀ। ਉਸੇ ਦਿਨ ਉਸਨੇ ਉਹਨਾਂ ਗੱਲਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਰ ਦਿਨ ਅਭਿਆਸ ਕੀਤਾ, ਛੋਟੇ-ਛੋਟੇ ਲੋਕਲ ਇਵੈਂਟਸ ਦੀ ਫੋਟੋਗ੍ਰਾਫੀ ਕੀਤੀ ਅਤੇ ਹਮੇਸ਼ਾ ਵਧੀਆ ਬਣਨ ਦੀ ਕੋਸ਼ਿਸ਼ ਕਰਦਾ ਰਿਹਾ। ਹੁਣ ਕਿਤਾਬ ਦਾ ਇਹ ਪਾਠ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਸੀ। ਉਸ ਨੂੰ ਮਹਿਸੂਸ ਹੋਇਆ ਕਿ ਰੇਜ਼ਿਲਿਕਸ ਸਿਰਫ ਵੱਡੀਆਂ ਅਸਫਲਤਾਵਾਂ ਲਈ ਨਹੀਂ, ਸਗੋਂ ਰੋਜ਼ਾਨਾ ਦੀਆਂ ਛੋਟੀ-ਛੋਟੀ ਚੁਣੌਤੀਆਂ ਲਈ ਵੀ ਜ਼ਰੂਰੀ ਹੈ। ਹੁਣ ਸ਼ੁਭਮ ਹਰ ਦਿਨ ਆਪਣੇ ਆਪ ਦਾ ਇੱਕ ਬਿਹਤਰ ਸੰਸਕਰਣ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਹੈਰਿਸ ਦੀ ਕਿਤਾਬ ਦੇ ਬਾਕੀ ਪਾਠ ਵੀ ਉਸ ਨੂੰ ਹੋਰ ਕੁਝ ਸਿਖਾਉਣ ਵਾਲੇ ਸਨ। ਉਸ ਦੀ ਜ਼ਿੰਦਗੀ ਵਿੱਚ ਹੁਣ ਜਿਵੇਂ ਇੱਕ ਨਵਾਂ ਅਧਿਆਇ ਖੁੱਲ੍ਹ ਚੁੱਕਾ ਸੀ। ਹਰ ਦਿਨ ਉਹ ਆਪਣੇ ਆਪ ਨੂੰ ਨਵਾਂ ਐਕਸਪਲੋਰ ਕਰਦਾ। ਹਰ ਵਾਰ ਜਦ ਉਹ ਕਿਸੇ ਮੁਸ਼ਕਲ ਦਾ ਸਾਹਮਣਾ ਕਰਦਾ ਤਾਂ ਉਹ ਕਿਤਾਬ ਦੇ ਕਿਸੇ ਨਾ ਕਿਸੇ ਪਾਠ ਨੂੰ ਯਾਦ ਕਰਦਾ ਅਤੇ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ। ਹੁਣ ਉਹ ਕਿਤਾਬ ਸਿਰਫ ਇੱਕ ਗਾਈਡ ਨਹੀਂ, ਸਗੋਂ ਇੱਕ ਦੋਸਤ ਬਣ ਚੁੱਕੀ ਸੀ। ਇੱਕ ਸ਼ਾਮ ਜਦੋਂ ਸ਼ੁਭਮ ਦਫ਼ਤਰ ਤੋਂ ਵਾਪਸ ਆ ਰਿਹਾ ਸੀ ਤਾਂ ਬਾਰਿਸ਼ ਹੋ ਰਹੀ ਸੀ। ਉਸਨੇ ਸੋਚਿਆ ਕਿ ਅੱਜ ਉਹ ਕਿਤਾਬ ਦਾ ਤੀਜਾ ਪਾਠ ਪੜ੍ਹੇਗਾ। ਘਰ ਪਹੁੰਚ ਕੇ ਗਰਮ ਚਾਹ ਬਣਾਈ ਅਤੇ ਆਪਣੀ ਪਸੰਦੀਦਾ ਜਗ੍ਹਾ ਤੇ ਬੈਠ ਗਿਆ। ਉਸਨੇ ਕਿਤਾਬ ਦੇ ਤੀਜੇ ਪਾਠ ਅੰਡਰਸਟੈਂਡਿੰਗ ਦ ਲਾਈਨ ਬਿਟਵੀਨ ਰੈਕਲੈਸਨੈਸ ਐਂਡ ਕਰੇਜ ਨੂੰ ਪੜ੍ਹਨਾ ਸ਼ੁਰੂ ਕੀਤਾ। ਪਹਿਲੇ ਪੈਰਾ 'ਚ ਹੀ ਹੈਰਿਸ ਨੇ ਇੱਕ ਪ੍ਰਸ਼ਨ ਪੁੱਛਿਆ ਕਿ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੀ ਜ਼ਿੰਦਗੀ 'ਚ ਕਿਹੜੀਆਂ ਚੀਜ਼ਾਂ ਤੁਸੀਂ ਬਿਨਾਂ ਸੋਚੇ ਸਮਝੇ ਕਰਦੇ ਹੋ ਅਤੇ ਕਿਹੜੀਆਂ ਚੀਜ਼ਾਂ ਤੁਹਾਡਾ ਡਰ ਤੁਹਾਨੂੰ ਕਰਨ ਨਹੀਂ ਦਿੰਦਾ। ਸ਼ੁਭਮ ਨੂੰ ਇਹ ਸਵਾਲ ਬਹੁਤ ਦਿਲਚਸਪ ਲੱਗਿਆ। ਉਸਨੇ ਆਪਣੇ ਆਪ ਤੋਂ ਪੁੱਛਿਆ ਕਿ ਮੈਂ ਕਦੇ ਰੈਕਲੈਸ ਰਿਹਾ ਹਾਂ ਜਾਂ ਮੈਂ ਹਮੇਸ਼ਾ ਇੰਨਾ ਜ਼ਿਆਦਾ ਸੰਭਲ ਕੇ ਚੱਲਦਾ ਹਾਂ ਕਿ ਕਰੇਜ ਦਿਖਾਉਣ ਦਾ ਮੌਕਾ ਹੀ ਨਹੀਂ ਦਿੰਦਾ। ਹੈਰਿਸ ਨੇ ਲਿਖਿਆ ਸੀ ਕਿ ਕਰੇਜ ਅਤੇ ਰੈਕਲੈਸਨੈਸ ਵਿੱਚ ਬਹੁਤ ਸੂਖਮ ਲਕੀਰ ਹੁੰਦੀ ਹੈ। ਕਈ ਵਾਰ ਅਸੀਂ ਕਿਸੇ ਹੋਰ ਦੇ ਐਕਸ਼ਨ ਨੂੰ ਬੇਵਕੂਫੀ ਸਮਝ ਲੈਂਦੇ ਹਾਂ, ਪਰ ਉਹ ਉਹਨਾਂ ਲਈ ਇੱਕ ਸੋਚਿਆ ਸਮਝਿਆ ਖਤਰਾ ਹੁੰਦਾ ਹੈ। ਇਹ ਸਭ ਮਨੋਵਿਗਿਆਨਕ ਸੋਚ ਅਤੇ ਤਿਆਰੀ ਤੇ ਨਿਰਭਰ ਕਰਦਾ ਹੈ। ਸ਼ੁਭਮ ਨੂੰ ਅਚਾਨਕ ਆਪਣੇ ਦੋਸਤ ਅਰਜੁਨ ਦੀ ਯਾਦ ਆਈ। ਉਹੀ ਅਰਜੁਨ ਜਿਸਨੇ ਉਸ ਨੂੰ ਟਰੈਕਿੰਗ ਤੇ ਲੈ ਜਾਣ ਦੀ ਜਿੱਦ ਕੀਤੀ ਸੀ। ਅਰਜੁਨ ਹਮੇਸ਼ਾ ਉੱਚ ਖਤਰੇ ਵਾਲੇ ਐਡਵੈਂਚਰ ਕਰਦਾ, ਪੈਰਾ ਗਲਾਈਡਿੰਗ, ਸਕਾਈ ਡਾਈਵਿੰਗ, ਸਕੂਬਾ ਡਾਈਵਿੰਗ। ਸ਼ੁਭਮ ਹਮੇਸ਼ਾ ਸੋਚਦਾ ਕਿ ਅਰਜੁਨ ਬੇਵਕੂਫੀ ਕਰ ਰਿਹਾ ਹੈ, ਪਰ ਹੁਣ ਉਸ ਨੂੰ ਮਹਿਸੂਸ ਹੋਇਆ ਕਿ ਸ਼ਾਇਦ ਅਰਜੁਨ ਰੈਕਲੈਸ ਨਹੀਂ, ਸਗੋਂ ਉਹ ਅਸਲ ਕਰੇਜ਼ ਦਿਖਾ ਰਿਹਾ ਸੀ ਅਤੇ ਆਪਣੀਆਂ ਹੱਦਾਂ ਨੂੰ ਅਗਿਆਤ ਕਰ ਰਿਹਾ ਸੀ। ਇਸ ਵਿਚਾਰ ਨੇ ਸ਼ੁਭਮ ਨੂੰ ਆਪਣੇ ਐਕਸ਼ਨਜ਼ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ। ਉਸਨੇ ਸੋਚਿਆ ਕਿ ਕੀ ਮੈਂ ਆਪਣੇ ਡਰ ਨੂੰ ਢੱਕਣ ਲਈ ਦੂਜਿਆਂ ਦੇ ਕਰੇਜ਼ ਨੂੰ ਰੈਕਲੈਸ ਮੰਨਦਾ ਹਾਂ। ਅਸਲ ਗੱਲ ਤਾਂ ਇਹ ਹੈ ਕਿ ਮੈਂ ਕਦੇ ਆਪਣੀਆਂ ਹੱਦਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰੀ। ਅਗਲੇ ਕੁਝ ਦਿਨ ਸ਼ੁਭਮ ਨੇ ਆਪਣੇ ਆਪ ਦੀ ਗਹਿਰੀ ਜਾਂਚ ਕੀਤੀ। ਉਸਨੇ ਆਪਣੀ ਡਾਇਰੀ 'ਚ 2 ਕਾਲਮ ਬਣਾਏ। ਪਹਿਲੇ ਦਾ ਨਾਮ ਰੱਖਿਆ ਜੋ ਚੀਜ਼ਾਂ ਮੈਂ ਡਰ ਕਰਕੇ ਨਹੀਂ ਕਰਦਾ ਤੇ ਦੂਜੇ ਦਾ ਨਾਮ ਜੋ ਚੀਜ਼ਾਂ ਮੈਂ ਬਿਨਾਂ ਸੋਚੇ ਸਮਝੇ ਕਰਦਾ ਹਾਂ। ਪਹਿਲੇ ਕਾਲਮ ਵਿੱਚ ਉਸਨੇ ਲਿਖਿਆ 1 ਉਚਾਈ, 2 ਪਬਲਿਕ ਸਪੀਕਿੰਗ, 3 ਆਪਣਾ ਵਪਾਰ ਸ਼ੁਰੂ ਕਰਨਾ। ਦੂਜੇ ਕਾਲਮ ਵਿੱਚ ਉਸਨੇ ਲਿਖਿਆ 1 ਹਰ ਵਾਰ ਇੰਪਲਸਿਵ ਫੈਸਲੇ ਲੈਣਾ, 2 ਕਈ ਵਾਰ ਬਿਨਾਂ ਸੋਚੇ ਸਮਝੇ ਪੈਸੇ ਖਰਚ ਕਰਨਾ, 3 ਕੁਝ ਚੀਜ਼ਾਂ ਸਿਰਫ ਇਸ ਲਈ ਕਰਨੀ ਕਿਉਂਕਿ ਹੋਰ ਲੋਕ ਕਰ ਰਹੇ ਹਨ। ਸ਼ੁਭਮ ਨੇ ਵੇਖਿਆ ਕਿ ਉਸ ਦੀ ਜ਼ਿੰਦਗੀ ਜਾਂ ਤਾਂ ਡਰ ਦੇ ਆਧਾਰ ਤੇ ਚੱਲ ਰਹੀ ਸੀ ਜਾਂ ਫਿਰ ਬਿਨਾਂ ਸੋਚੇ ਸਮਝੇ ਲਏ ਗਏ ਫੈਸਲਿਆਂ ਤੇ। ਉਹ ਨਾ ਹੀ ਕਿਸੇ ਚੀਜ਼ ਨੂੰ ਵਧੀਆ ਢੰਗ ਨਾਲ ਵਿਅਕਤ ਕਰ ਰਿਹਾ ਸੀ ਤੇ ਨਾ ਹੀ ਆਪਣੀ ਜ਼ਿੰਦਗੀ ਨੂੰ ਖੋਲ੍ਹ ਕੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਿਤਾਬ 'ਚ ਹੈਰਿਸ ਨੇ ਇੱਕ ਸਟੰਟ ਪਾਇਲਟ ਦੀ ਕਹਾਣੀ ਦੱਸੀ ਸੀ। ਉਹ ਪਾਇਲਟ ਹਰ ਦਿਨ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਂਦਾ ਸੀ, ਪਰ ਹਰ ਸਟੰਟ ਤੋਂ ਪਹਿਲਾਂ ਉਹ ਪੂਰੀ ਤਿਆਰੀ ਕਰਦਾ। ਮੌਕੇ ਤੇ ਐਮਰਜੈਂਸੀ ਲੈਂਡਿੰਗ ਦੇ ਵਿਕਲਪ ਵੀ ਸੋਚ ਲੈਂਦਾ। ਲੋਕਾਂ ਨੂੰ ਉਸ ਦੇ ਸਟੰਟ ਬੇਵਕੂਫੀ ਲੱਗਦੇ, ਪਰ ਅਸਲ 'ਚ ਉਹ ਹਰ ਚੀਜ਼ ਨੂੰ ਪੂਰੀ ਰਣਨੀਤੀ ਨਾਲ ਕਰਦਾ ਸੀ। ਸ਼ੁਭਮ ਨੂੰ ਇਸ ਕਹਾਣੀ ਨੇ ਗਹਿਰੀ ਸਮਝ ਦਿੱਤੀ। ਉਸਨੇ ਸੋਚਿਆ
ਕਿ ਮੈਂ ਵੀ ਆਪਣੀ ਜ਼ਿੰਦਗੀ 'ਚ ਕਰੇਜ਼ ਅਤੇ ਰੈਕਲੈਸਨੈਸ ਦੇ ਫਰਕ ਨੂੰ ਸਮਝਣਾ ਚਾਹੀਦਾ। ਮੈਂ ਆਪਣੀਆਂ ਹੱਦਾਂ ਦੀ ਜਾਂਚ ਕਰਨੀ ਚਾਹੀਦੀ। ਪਰ ਇੱਕ ਪੂਰੀ ਯੋਜਨਾ ਨਾਲ ਇਸ ਵਿਚਾਰ ਨੂੰ ਅਮਲ 'ਚ ਲਿਆਉਣ ਦਾ ਮੌਕਾ ਉਸ ਨੂੰ ਉਸੇ ਹਫ਼ਤੇ ਮਿਲਿਆ। ਦਫ਼ਤਰ 'ਚ ਉਸ ਦੀ ਟੀਮ ਨੂੰ ਇੱਕ ਨਵੇਂ ਪ੍ਰੋਜੈਕਟ 'ਤੇ ਕੰਮ ਕਰਨ ਲਈ ਕਿਹਾ ਗਿਆ। ਪ੍ਰੋਜੈਕਟ ਦਾ ਲੀਡ ਬਣਨ ਦੀ ਮੌਕਾ ਸੀ, ਪਰ ਇਸ ਨਾਲ ਜੋਖਮ ਵੀ ਜ਼ਿਆਦਾ ਸੀ। ਜੇਕਰ ਪ੍ਰੋਜੈਕਟ ਅਸਫਲ ਹੋ ਜਾਂਦਾ ਤਾਂ ਪੂਰੀ ਟੀਮ ਨੂੰ ਨੁਕਸਾਨ ਹੁੰਦਾ। ਸ਼ੁਭਮ ਨੇ ਪਹਿਲਾਂ ਸੋਚਿਆ ਕਿ ਇਹ ਕੰਮ ਕਿਸੇ ਹੋਰ ਨੂੰ ਦੇਣਾ ਚਾਹੀਦਾ, ਪਰ ਫਿਰ ਉਸਨੇ ਆਪਣੇ ਆਪ ਤੋਂ ਪੁੱਛਿਆ ਕਿ ਇਹ ਡਰ ਮੈਨੂੰ ਪਿੱਛੇ ਖਿੱਚ ਰਿਹਾ ਹੈ। ਕੀ ਮੈਂ ਇਸ ਨੂੰ ਬੇਵਕੂਫੀ ਭਰਾ ਫੈਸਲਾ ਸਮਝ ਰਿਹਾ ਹਾਂ, ਜਦਕਿ ਇਹ ਇੱਕ ਸੋਚਿਆ ਸਮਝਿਆ ਖਤਰਾ ਹੋ ਸਕਦਾ ਹੈ। ਉਸਨੇ ਇਸ ਵਾਰ ਪ੍ਰੋਜੈਕਟ ਲੀਡ ਬਣਨ ਦਾ ਫੈਸਲਾ ਲਿਆ। ਉਸਨੇ ਆਪਣੀ ਟੀਮ ਨਾਲ ਮਿਲ ਕੇ ਪੂਰੀ ਯੋਜਨਾ ਬਣਾਈ, ਹਰ ਛੋਟੇ ਵੱਡੇ ਖਤਰੇ ਦਾ ਮੁਲਾਂਕਣ ਕੀਤਾ। ਜਦ ਪ੍ਰੋਜੈਕਟ ਸ਼ੁਰੂ ਹੋਇਆ ਤਾਂ ਉਸਦੀ ਮਿਹਨਤ ਸਾਫ਼ ਦਿਖਾਈ ਦੇ ਰਹੀ ਸੀ। ਸ਼ੁਰੂ 'ਚ ਕਈ ਚੁਣੌਤੀਆਂ ਆਈਆਂ। ਕੁਝ ਲੋਕ ਉਸਦੇ ਫੈਸਲਿਆਂ ਨਾਲ ਸਹਿਮਤ ਨਹੀਂ ਸਨ, ਪਰ ਸ਼ੁਭਮ ਨੇ ਹਰ ਫੀਡਬੈਕ ਨੂੰ ਸ਼ਾਂਤੀ ਨਾਲ ਲਿਆ ਅਤੇ ਹਰ ਚੀਜ਼ ਨੂੰ ਠੀਕ ਕੀਤਾ। ਅਖੀਰਕਾਰ ਉਹ ਪ੍ਰੋਜੈਕਟ ਸਮੇਂ ਤੇ ਮੁਕੰਮਲ ਹੋਇਆ ਅਤੇ ਕੰਪਨੀ ਨੂੰ ਚੰਗਾ ਮੁਨਾਫਾ ਵੀ ਹੋਇਆ। ਉਸ ਦਿਨ ਸ਼ੁਭਮ ਨੇ ਸਿੱਖਿਆ ਕਿ ਕਰੇਜ਼ ਦਾ ਮਤਲਬ ਸਿਰਫ ਵੱਡੇ ਜੋਖਮ ਲੈਣਾ ਨਹੀਂ, ਬਲਕਿ ਆਪਣੇ ਡਰ ਨੂੰ ਸਮਝਣਾ, ਆਪਣੀ ਤਾਕਤ ਨੂੰ ਪਛਾਣਨਾ ਅਤੇ ਇੱਕ ਵਧੀਆ ਫੈਸਲਾ ਲੈਣਾ ਵੀ ਹੁੰਦਾ ਹੈ। ਪਰ ਕਹਾਣੀ ਇੱਥੇ ਖਤਮ ਨਹੀਂ ਹੋਈ। ਇੱਕ ਦਿਨ ਅਰਜੁਨ ਨੇ ਉਸ ਨੂੰ ਫਿਰ ਬੁਲਾਇਆ। ਇਸ ਵਾਰ ਪਲਾਨ ਸੀ ਸਕਾਈ ਡਾਈਵਿੰਗ ਦਾ। ਸ਼ੁਭਮ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ। ਉਚਾਈਆਂ ਦਾ ਡਰ ਅਜੇ ਵੀ ਉਸਦੇ ਅੰਦਰ ਸੀ, ਪਰ ਹੁਣ ਵਾਪਸ ਹਟਣ ਦਾ ਕੋਈ ਇਰਾਦਾ ਨਹੀਂ ਸੀ। ਉਸਨੇ ਅਰਜੁਨ ਤੋਂ ਪੁੱਛਿਆ, ਜਦੋਂ ਤੂੰ ਸਕਾਈ ਡਾਈਵਿੰਗ ਕਰਦਾ ਹੈ ਤਾਂ ਕੀ ਸੋਚਦਾ ਹੈ? ਕੀ ਤੈਨੂੰ ਡਰ ਨਹੀਂ ਲੱਗਦਾ? ਅਰਜੁਨ ਮੁਸਕਰਾਇਆ ਤੇ ਕਿਹਾ, ਡਰ ਤਾਂ ਲੱਗਦਾ ਹੈ, ਪਰ ਮੈਂ ਹਰ ਵਾਰ ਹਵਾਈ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਆਪਣੀ ਤਿਆਰੀ ਦੀ ਜਾਂਚ ਕਰਦਾ ਹਾਂ। ਜੇਕਰ ਮੈਂ ਸਾਰੇ ਸੁਰੱਖਿਆ ਉਪਾਅ ਫਾਲੋ ਕਰ ਲਏ ਹਨ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ। ਸ਼ੁਭਮ ਨੇ ਸੋਚਿਆ, ਕੀ ਮੈਂ ਇਹ ਕਰ ਸਕਦਾ ਹਾਂ? ਕੀ ਮੈਂ ਆਪਣੇ ਡਰ ਦਾ ਸਾਹਮਣਾ ਕਰ ਸਕਦਾ ਹਾਂ? ਉਸਨੇ ਫੈਸਲਾ ਲਿਆ ਕਿ ਉਹ ਡਾਈਵਿੰਗ ਕਰੇਗਾ, ਪਰ ਪੂਰੀ ਤਿਆਰੀ ਤੇ ਜਾਣਕਾਰੀ ਨਾਲ। ਉਸਨੇ ਪਹਿਲਾਂ ਕੰਪਨੀ ਦੀਆਂ ਵਿਸਥਾਰਾਂ ਜਾਂਚੀਆਂ, ਉਹਨਾਂ ਦੇ ਸੁਰੱਖਿਆ ਰਿਕਾਰਡ ਵੇਖੇ, ਇੰਸਟ੍ਰਕਟਰ ਨਾਲ ਗੱਲਬਾਤ ਕੀਤੀ ਤੇ ਜਦੋਂ ਉਸਨੂੰ ਯਕੀਨ ਹੋ ਗਿਆ ਕਿ ਇਹ ਇੱਕ ਸੋਚਿਆ ਸਮਝਿਆ ਜੋਖਮ ਹੈ ਤਾਂ ਹੀ ਹਾਂ ਕਹੀ। ਜਦੋਂ ਜਹਾਜ਼ ਵਿੱਚੋਂ ਜੰਪ ਕਰਨ ਦਾ ਸਮਾਂ ਆਇਆ, ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ, ਪਰ ਜਿਵੇਂ ਹੀ ਉਸਨੇ ਆਪਣੇ ਆਪ ਨੂੰ ਹਵਾ ਵਿੱਚ ਮਹਿਸੂਸ ਕੀਤਾ, ਉਹ ਡਰ ਗਾਇਬ ਹੋ ਗਿਆ। ਉਹ ਸਿਰਫ ਉਸ ਪਲ ਨੂੰ ਜੀ ਰਿਹਾ ਸੀ। ਹੇਠਾਂ ਉਤਰਨ ਦੇ ਬਾਅਦ ਉਸਨੂੰ ਅਹਿਸਾਸ ਹੋਇਆ ਕਿ ਉਸਨੇ ਆਪਣੇ ਕੰਫਰਟ ਜ਼ੋਨ ਨੂੰ ਪੂਰੀ ਤਰ੍ਹਾਂ ਪਿੱਛੇ ਛੱਡ ਦਿੱਤਾ ਹੈ। ਉਸ ਦਿਨ ਉਸਨੇ ਹੈਰਿਸ ਦੇ ਤੀਜੇ ਪਾਠ ਦਾ ਅਸਲੀ ਅਰਥ ਸਮਝ ਲਿਆ। ਕਰੇਜ਼ ਅਤੇ ਰੈਕਲੇਟ ਦੇ ਵਿਚਕਾਰ ਦਾ ਅੰਤਰ ਸਿਰਫ ਮਾਈਂਡਸੈਟ ਵਿੱਚ ਹੁੰਦਾ ਹੈ। ਜੇਕਰ ਅਸੀਂ ਆਪਣੀਆਂ ਹੱਦਾਂ ਨੂੰ ਸਮਝ ਕੇ, ਆਪਣੇ ਡਰ ਦਾ ਸਾਹਮਣਾ ਕਰਕੇ ਅਤੇ ਪੂਰੀ ਯੋਜਨਾ ਨਾਲ ਅੱਗੇ ਵਧਦੇ ਹਾਂ ਤਾਂ ਹਰ ਚੁਣੌਤੀ ਇੱਕ ਐਡਵੈਂਚਰ ਬਣ ਜਾਂਦੀ ਹੈ। ਹੁਣ ਸ਼ੁਭਮ ਦੀ ਨਜ਼ਰ ਕਿਤਾਬ ਦੇ ਚੌਥੇ ਪਾਠ ਤੇ ਸੀ। ਉਸਨੇ ਮਹਿਸੂਸ ਕੀਤਾ ਕਿ ਹਰ ਅਧਿਆਇ ਉਸਨੂੰ ਉਸਦੀ ਜ਼ਿੰਦਗੀ ਦੇ ਇੱਕ ਨਵੇਂ ਪਾਸੇ ਨਾਲ ਜਾਣੂ ਕਰਵਾ ਰਿਹਾ ਹੈ ਅਤੇ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਸੀ। ਸ਼ੁਭਮ ਹੁਣ ਪੂਰੀ ਤਰ੍ਹਾਂ ਇਸ ਕਿਤਾਬ ਦੇ ਪਾਠਾਂ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰਨ ਵਿੱਚ ਲੱਗਾ ਹੋਇਆ ਸੀ। ਹਰ ਨਵਾਂ ਪੰਨਾ ਉਸਨੂੰ ਇਹ ਮਹਿਸੂਸ ਕਰਾਉਂਦਾ ਕਿ ਇਹ ਕਿਤਾਬ ਖਾਸ ਉਸਦੇ ਲਈ ਹੀ ਲਿਖੀ ਗਈ ਸੀ। ਉਸਨੇ ਸਿੱਖ ਲਿਆ ਸੀ ਕਿ ਰੈਸਿਲੀਅੰਸ ਕਿਵੇਂ ਬਣਾਈ ਜਾਂਦੀ ਹੈ, ਕਰੇਜ਼ ਅਤੇ ਰੈਕਲੇਟ ਵਿੱਚ ਅੰਤਰ ਕੀ ਹੁੰਦਾ ਹੈ, ਤੇ ਹੁਣ ਵਾਰੀ ਸੀ ਅਗਲੇ ਪਾਠ ਦੀ ਫੇਲ ਤੋਂ ਸਿੱਖਣਾ। ਉਸਨੇ ਕਿਤਾਬ ਦਾ ਅਗਲਾ ਪੰਨਾ ਖੋਲ੍ਹਿਆ ਅਤੇ ਪੜ੍ਹਨਾ ਸ਼ੁਰੂ ਕਰ ਦਿੱਤਾ। ਹੈਰਿਸ ਨੇ ਲਿਖਿਆ ਸੀ, ਫੇਲਿਅਰ ਸਫਲਤਾ ਦਾ ਵਿਰੋਧੀ ਨਹੀਂ, ਬਲਕਿ ਉਸ ਤੱਕ ਪਹੁੰਚਣ ਦਾ ਇੱਕ ਪੜਾਅ ਹੈ। ਜੇਕਰ ਤੁਸੀਂ ਕਦੇ ਫੇਲ ਨਹੀਂ ਹੋ ਰਹੇ ਤਾਂ ਸ਼ਾਇਦ ਤੁਸੀਂ ਆਪਣੇ ਆਪ ਨੂੰ ਪ੍ਰੋਪਰ ਚੈਲੰਜ ਨਹੀਂ ਕਰ ਰਹੇ। ਇਹ ਲਾਈਨਾਂ ਪੜ੍ਹ ਕੇ ਸ਼ੁਭਮ ਗਹਿਰੀ ਸੋਚ ਵਿੱਚ ਡੂੰਘਾ ਗਿਆ। ਉਸਨੇ ਆਪਣੇ ਆਪ ਤੋਂ ਪੁੱਛਿਆ, ਕੀ ਮੈਂ ਆਪਣੀਆਂ ਅਸਫਲਤਾਵਾਂ ਨੂੰ ਸਿੱਖਣ ਦੇ ਮੌਕੇ ਵਜੋਂ ਲੈਂਦਾ ਹਾਂ ਜਾਂ ਉਹਨਾਂ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹਾਂ? ਉਸ ਦੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਉਸ ਪ੍ਰਤੀਯੋਗਿਤਾ ਦੀ ਯਾਦ ਆਈ ਜਿੱਥੇ ਉਸਦੀ ਹਾਰ ਨੇ ਉਸਨੂੰ ਅੰਦਰੋਂ ਉਹਨਾਂ ਹਿਲਾ ਦਿੱਤਾ ਸੀ ਕਿ ਉਹ ਦੁਬਾਰਾ ਮੰਚ ਤੇ ਚੜ੍ਹਨ ਦੀ ਹਿੰਮਤ ਹੀ ਨਾ ਕਰ ਸਕਿਆ। ਪਰ ਫਿਰ ਉਸਨੂੰ ਫੋਟੋਗ੍ਰਾਫੀ ਮੁਕਾਬਲੇ ਦੀ ਯਾਦ ਆਈ ਜਿੱਥੇ ਹਾਰਨ ਤੋਂ ਬਾਅਦ ਉਸਨੇ ਫੀਡਬੈਕ ਲਿਆ ਤੇ ਆਪਣੇ ਹੁਨਰ ਨੂੰ ਨਿਖਾਰਿਆ। ਹੈਰਿਸ ਨੇ ਲਿਖਿਆ ਸੀ ਕਿ ਫੇਲਿਅਰ ਤੋਂ ਭੱਜਣ ਦੀ ਬਜਾਏ ਸਾਨੂੰ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰ ਝਟਕੇ ਵਿੱਚ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਸ਼ੁਭਮ ਨੇ ਸੋਚਿਆ ਕਿ ਹੁਣ ਤੋਂ ਉਹ ਆਪਣੀਆਂ ਅਸਫਲਤਾਵਾਂ ਦਾ ਵਿਸ਼ਲੇਸ਼ਣ ਕਰੇਗਾ। ਉਸਨੇ ਆਪਣੀ ਡਾਇਰੀ ਚੁੱਕੀ ਅਤੇ ਲਿਖਿਆ, ਪਹਿਲੀ ਅਸਫਲਤਾ ਡਿਬੇਟ ਮੁਕਾਬਲੇ ਵਿੱਚ ਹਾਰ, ਸਿੱਖਿਆ ਤਿਆਰੀ ਦੀ ਕਮੀ ਅਤੇ ਨਰਵਸਨੈਸ ਨੂੰ ਮੈਨੇਜ ਕਰਨਾ। ਦੂਜੀ ਅਸਫਲਤਾ ਫੋਟੋਗ੍ਰਾਫੀ ਮੁਕਾਬਲਾ ਹਾਰਨਾ, ਸਿੱਖਿਆ ਲਾਈਟਿੰਗ ਅਤੇ ਕੰਪੋਜੀਸ਼ਨ ਵਿੱਚ ਸੁਧਾਰ ਲਿਆਉਣਾ। ਉਸਨੇ ਸਮਝਿਆ ਕਿ ਅਸਫਲਤਾਵਾਂ ਨੂੰ ਸਿਰਫ ਹਾਰ ਵਜੋਂ ਨਾ ਵੇਖਿਆ ਜਾਵੇ, ਸਗੋਂ ਉਹਨਾਂ ਨੂੰ ਇੱਕ ਅਨੁਭਵ ਵਜੋਂ ਲੈਣਾ ਚਾਹੀਦਾ ਹੈ। ਕੁਝ ਦਿਨਾਂ ਬਾਅਦ ਦਫ਼ਤਰ ਵਿੱਚ ਇੱਕ ਵੱਡੀ ਪ੍ਰੈਜੈਂਟੇਸ਼ਨ ਸੀ। ਸ਼ੁਭਮ ਨੂੰ ਇਸ ਨੂੰ ਤਿਆਰ ਕਰਨ ਅਤੇ ਪੇਸ਼ ਕਰਨ ਦੀ ਜ਼ਿੰਮੇਵਾਰੀ ਮਿਲੀ। ਉਸਨੇ ਪੂਰੀ ਮਿਹਨਤ ਨਾਲ ਸਲਾਈਡਾਂ ਬਣਾਈਆਂ, ਆਪਣੇ ਨਕਸ਼ੇ ਤੇ ਵਿਚਾਰ ਚੰਗੀ ਤਰ੍ਹਾਂ ਗਠਿਤ ਕੀਤੇ। ਪਰ ਜਦੋਂ ਪ੍ਰੈਜੈਂਟੇਸ਼ਨ ਦਾ ਦਿਨ ਆਇਆ ਤਾਂ ਪ੍ਰੋਜੈਕਟਰ ਵਿੱਚ ਕੋਈ ਗੜਬੜ ਹੋ ਗਈ, ਜਿਸ ਕਾਰਨ ਆਦੀਆਂ ਸਲਾਈਡਾਂ ਠੀਕ ਤਰ੍ਹਾਂ ਦਿਖਾਈ ਨਾ ਦਿੱਤੀਆਂ।
ਇਸ ਕਾਰਨ ਸ਼ੁਭਮ ਦੀ ਲਹਿਰ ਟੁੱਟ ਗਈ ਅਤੇ ਉਹ ਸੰਭਲ ਨਹੀਂ ਪਾਇਆ। ਪ੍ਰੈਜ਼ੈਂਟੇਸ਼ਨ ਦੇ ਬਾਅਦ ਬੌਸ ਨੇ ਉਸ ਦੀ ਮਿਹਨਤ ਦੀ ਤਾਰੀਫ ਤਾਂ ਕੀਤੀ, ਪਰ ਕੁਝ ਮੁੱਖ ਬਿੰਦੂ ਛੱਡ ਜਾਣ ਕਰਕੇ ਪ੍ਰੋਜੈਕਟ ਨੂੰ ਤੁਰੰਤ ਮਨਜ਼ੂਰੀ ਨਹੀਂ ਮਿਲੀ। ਸ਼ੁਭਮ ਨੂੰ ਆਪਣੇ ਆਪ ਤੇ ਗੁੱਸਾ ਆਇਆ। ਉਸ ਨੂੰ ਲੱਗਾ ਕਿ ਉਹ ਆਪਣੀ ਟੀਮ ਨੂੰ ਨਿਰਾਸ਼ ਕਰ ਬੈਠਿਆ ਹੈ, ਪਰ ਫਿਰ ਉਸ ਨੂੰ ਕਿਤਾਬ ਦੇ ਪਾਠ ਦੀ ਯਾਦ ਆਈ। ਆਪਣੀ ਅਸਫਲਤਾ ਦਾ ਵਿਸ਼ਲੇਸ਼ਣ ਕਰੋ। ਹਰ ਗਲਤੀ ਵਿੱਚ ਕੋਈ ਨਾ ਕੋਈ ਸਿੱਖਣ ਯੋਗ ਚੀਜ਼ ਹੁੰਦੀ ਹੈ। ਉਸਨੇ ਆਪਣੇ ਆਪ ਨੂੰ ਪੁੱਛਿਆ, ਗਲਤੀ ਕਿੱਥੇ ਹੋਈ? ਫਿਰ ਉਸਨੇ ਸਮਝਿਆ ਕਿ ਉਸਨੇ ਤਕਨੀਕੀ ਪੱਖ ਤੇ ਧਿਆਨ ਨਹੀਂ ਦਿੱਤਾ। ਜੇਕਰ ਉਸਨੇ ਪਹਿਲਾਂ ਪ੍ਰੋਜੈਕਟਰ ਦੀ ਜਾਂਚ ਕਰ ਲਈ ਹੁੰਦੀ ਤਾਂ ਇਹ ਸਮੱਸਿਆ ਹੀ ਨਾ ਆਉਂਦੀ। ਉਸਨੇ ਤੁਰੰਤ ਇੱਕ ਨੋਟ ਲਿਖਿਆ, ਅਗਲੀ ਵਾਰ ਕੋਈ ਵੀ ਪ੍ਰੈਜ਼ੈਂਟੇਸ਼ਨ ਹੋਵੇ ਤਾਂ ਪਹਿਲਾਂ ਤਕਨੀਕੀ ਸੈਟਅਪ ਨੂੰ ਚੈੱਕ ਕਰਨਾ, ਹਮੇਸ਼ਾ ਇੱਕ ਬੈਕਅਪ ਪਲਾਨ ਰੱਖਣਾ। ਇਸ ਛੋਟੀ ਜਿਹੀ ਅਸਫਲਤਾ ਨੇ ਉਸ ਨੂੰ ਇੱਕ ਵੱਡਾ ਪਾਠ ਪੜ੍ਹਾ ਦਿੱਤਾ। ਉਸਨੇ ਪੱਕਾ ਕਰ ਲਿਆ ਕਿ ਹੁਣ ਉਹ ਆਪਣੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ, ਬਲਕਿ ਉਹਨਾਂ ਨੂੰ ਸੁਧਾਰ ਕਰਨ ਦਾ ਮੌਕਾ ਮੰਨੇਗਾ। ਹੈਰਿਸ ਨੇ ਆਪਣੀ ਕਿਤਾਬ ਵਿੱਚ ਇੱਕ ਪਹਾੜੀ ਚੜ੍ਹਾਈ ਕਰਦੇ ਕਲਾਈਂਬਰ ਦੀ ਕਹਾਣੀ ਲਿਖੀ ਸੀ, ਜਿਸਨੇ ਇੱਕ ਵਾਰ ਬਿਨਾਂ ਠੀਕ ਯੋਜਨਾ ਬਣਾਏ ਇੱਕ ਉੱਚੀ ਚੋਟੀ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤੇ ਹੇਠਾਂ ਡਿੱਗ ਗਿਆ। ਪਰ ਉਸ ਹਾਦਸੇ ਤੋਂ ਬਾਅਦ ਵੀ ਉਸਨੇ ਹਾਰ ਨਹੀਂ ਮੰਨੀ। ਉਸਨੇ ਆਪਣੀ ਯੋਜਨਾ ਤੇ ਗੇਅਰ ਤੇ ਧਿਆਨ ਦਿੱਤਾ, ਆਪਣੀ ਤਕਨੀਕ ਬਦਲੀ ਤੇ ਕੁਝ ਮਹੀਨਿਆਂ ਬਾਅਦ ਉਹ ਉਹੀ ਚੋਟੀ ਫਤਹ ਕਰ ਗਿਆ। ਹੈਰਿਸ ਨੇ ਲਿਖਿਆ ਸੀ, ਫੇਲਿਅਰ ਤੁਹਾਡੀ ਪਛਾਣ ਨਹੀਂ ਬਣਾ ਸਕਦਾ, ਪਰ ਤੁਸੀਂ ਉਸ ਤੇ ਕਿਵੇਂ ਪ੍ਰਤੀਕਿਰਿਆ ਦਿੰਦੇ ਹੋ ਉਹ ਤੁਹਾਡੀ ਪਛਾਣ ਬਣਾਉਂਦਾ ਹੈ। ਇਹ ਗੱਲ ਸ਼ੁਭਮ ਦੇ ਦਿਲ ਨੂੰ ਛੂ ਗਈ। ਉਸਨੇ ਸੋਚਿਆ, ਜੇਕਰ ਉਸ ਕਲਾਈਂਬਰ ਨੇ ਹਾਰ ਮੰਨ ਲਈ ਹੋਵੇਗੀ ਤਾਂ ਕੀ ਉਹ ਕਦੇ ਉਹ ਚੋਟੀ ਤੇ ਚੜ੍ਹ ਸਕਦਾ ਸੀ? ਸ਼ੁਭਮ ਨੇ ਆਪਣੀ ਫੋਟੋਗ੍ਰਾਫੀ ਨੂੰ ਵੀ ਉਸੇ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਉਸਨੇ ਲੋਕਲ ਪ੍ਰਦਰਸ਼ਨੀਆਂ ਵਿੱਚ ਆਪਣੀਆਂ ਤਸਵੀਰਾਂ ਰੱਖਣੀਆਂ ਸ਼ੁਰੂ ਕੀਤੀਆਂ। ਇੱਕ ਦਿਨ ਇੱਕ ਵਿਅਕਤੀ ਨੇ ਉਸ ਦੀ ਤਸਵੀਰ ਦੀ ਆਲੋਚਨਾ ਕਰਦੇ ਹੋਏ ਕਿਹਾ, ਇਹ ਕੰਪੋਜੀਸ਼ਨ ਕੁਝ ਕਮਜ਼ੋਰ ਹੈ, ਬੈਕਗ੍ਰਾਉਂਡ ਜ਼ਿਆਦਾ ਧਿਆਨ ਭੰਗ ਕਰ ਰਿਹਾ ਹੈ। ਪਹਿਲਾਂ ਸ਼ੁਭਮ ਨੂੰ ਥੋੜਾ ਬੁਰਾ ਲੱਗਾ, ਪਰ ਫਿਰ ਉਸਨੇ ਉਸ ਨੂੰ ਸਕਾਰਾਤਮਕ ਢੰਗ ਨਾਲ ਲਿਆ। ਉਸਨੇ ਅਗਲੇ ਹਫ਼ਤੇ ਸਿਰਫ ਕੰਪੋਜੀਸ਼ਨ ਤੇ ਕੰਮ ਕੀਤਾ। ਕਈ ਵਾਰ ਫੇਲ ਹੋਇਆ, ਪਰ ਹਰੇਕ ਗਲਤੀ ਤੋਂ ਨਵਾਂ ਸਿੱਖਿਆ। ਹੌਲੀ ਉਸ ਦੀਆਂ ਤਸਵੀਰਾਂ ਹੋਰ ਵਧੀਆ ਹੋਣ ਲੱਗੀਆਂ। ਇੱਕ ਦਿਨ ਅਰਜੁਨ ਫਿਰ ਆਇਆ ਤੇ ਸ਼ੁਭਮ ਨੂੰ ਇੱਕ 100 ਕਿਲੋਮੀਟਰ ਦੀ ਸਾਈਕਲਿੰਗ ਮੈਰਾਥਨ ਵਿੱਚ ਸ਼ਾਮਲ ਹੋਣ ਲਈ ਕਿਹਾ। ਸ਼ੁਭਮ ਕੋਲ ਵਧੇਰੇ ਸਾਈਕਲਿੰਗ ਦਾ ਅਨੁਭਵ ਨਹੀਂ ਸੀ ਤੇ ਉਹ ਡਰਿਆ ਹੋਇਆ ਸੀ ਕਿ ਸ਼ਾਇਦ ਉਹ ਇਹ ਚੈਲੰਜ ਪੂਰਾ ਨਹੀਂ ਕਰ ਸਕੇਗਾ। ਪਰ ਉਸਨੇ ਸੋਚਿਆ, ਜੇਕਰ ਮੈਂ ਫੇਲ ਵੀ ਹੋਇਆ ਤਾਂ ਕੀ? ਘੱਟੋ-ਘੱਟ ਮੈਨੂੰ ਆਪਣੀ ਹੱਦਾਂ ਦਾ ਪਤਾ ਲੱਗੇਗਾ ਤੇ ਅਗਲੀ ਵਾਰ ਹੋਰ ਵਧੀਆ ਕਰਾਂਗਾ। ਉਸਨੇ ਮੈਰਾਥਨ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ। ਰਾਹ ਬਹੁਤ ਔਖਾ ਸੀ। ਵਿਚਕਾਰ ਉਸ ਨੂੰ ਲੱਗਾ ਕਿ ਉਹ ਸ਼ਾਇਦ ਫਿਨਿਸ਼ ਲਾਈਨ ਤੱਕ ਨਹੀਂ ਪਹੁੰਚ ਸਕੇਗਾ, ਪਰ ਉਸਨੇ ਆਪਣੇ ਆਪ ਨੂੰ ਸਮਝਾਇਆ, ਇਹ ਨਾਕਾਮੀ ਨਹੀਂ, ਇਹ ਇੱਕ ਪ੍ਰਕਿਰਿਆ ਹੈ। ਹਰੇਕ ਪੈਡਲ ਮੈਨੂੰ ਹੋਰ ਮਜ਼ਬੂਤ ਬਣਾਉਂਦਾ ਜਾ ਰਿਹਾ ਹੈ। ਹਾਲਾਂਕਿ ਉਹ ਪੂਰੀ ਮੈਰਾਥਨ ਪੂਰੀ ਨਾ ਕਰ ਸਕਿਆ, ਪਰ 75 ਕਿਲੋਮੀਟਰ ਤੱਕ ਦਾ ਸਫ਼ਰ ਪਾਰ ਕਰ ਗਿਆ। ਉਸ ਦੇ ਘੁਟਣ ਦਰਦ ਕਰ ਰਹੇ ਸਨ, ਪਰ ਉਸ ਦਾ ਦਿਲ ਗਰਵ ਨਾਲ ਭਰਿਆ ਹੋਇਆ ਸੀ। ਉਸਨੇ ਅਰਜੁਨ ਨੂੰ ਕਿਹਾ, ਮੈਂ ਭਾਵੇਂ ਅੱਜ ਫਿਨਿਸ਼ ਲਾਈਨ ਤੱਕ ਨਹੀਂ ਪਹੁੰਚਿਆ, ਪਰ ਅਗਲੀ ਵਾਰ ਜ਼ਰੂਰ ਪਹੁੰਚਾਂਗਾ। ਅੱਜ ਮੈਨੂੰ ਸਮਝ ਆਇਆ ਕਿ ਮੈਨੂੰ ਆਪਣੀ ਸਹਿਣਸ਼ੀਲਤਾ ਵਿੱਚ ਸੁਧਾਰ ਕਰਨ ਦੀ ਲੋੜ ਹੈ। ਹੈਰਿਸ ਨੇ ਲਿਖਿਆ ਸੀ, ਸਭ ਤੋਂ ਵਧੇਰੇ ਕਾਮਯਾਬ ਲੋਕ ਅਸਫਲ ਹੋਣ ਤੋਂ ਨਹੀਂ, ਬਲਕਿ ਕੋਸ਼ਿਸ਼ ਨਾ ਕਰਨ ਤੋਂ ਡਰਦੇ ਹਨ। ਇਹ ਗੱਲ ਸ਼ੁਭਮ ਦੇ ਦਿਲ 'ਚ ਵਸ ਗਈ। ਉਸਨੇ ਪੱਕਾ ਕਰ ਲਿਆ ਕਿ ਉਹ ਹਰ ਅਸਫਲਤਾ ਨੂੰ ਇੱਕ ਮੌਕੇ ਵਜੋਂ ਦੇਖੇਗਾ, ਜਿਸ ਨਾਲ ਉਹ ਹੋਰ ਵਧੀਆ ਬਣ ਸਕੇ। ਕੁਝ ਮਹੀਨਿਆਂ ਬਾਅਦ ਉਸਨੇ ਇੱਕ ਵੱਡੇ ਫੋਟੋਗ੍ਰਾਫੀ ਮੁਕਾਬਲੇ ਵਿੱਚ ਦੁਬਾਰਾ ਹਿੱਸਾ ਲਿਆ। ਇਸ ਵਾਰ ਉਸ ਦੀਆਂ ਤਸਵੀਰਾਂ ਸਰਾਹੀ ਗਈਆਂ, ਪਰ ਸ਼ੁਭਮ ਨੂੰ ਪਤਾ ਸੀ ਕਿ ਇਹ ਜਿੱਤ ਉਹਨਾਂ ਅਸਫਲਤਾਵਾਂ ਦੀ ਬਦੌਲਤ ਸੰਭਵ ਹੋਈ ਸੀ। ਜੇਕਰ ਉਹ ਹਾਰ ਮੰਨ ਲੈਂਦਾ ਤਾਂ ਸ਼ਾਇਦ ਉਹ ਇੱਥੇ ਤੱਕ ਨਹੀਂ ਪਹੁੰਚ ਸਕਦਾ। ਹੁਣ ਸ਼ੁਭਮ ਦੀ ਕਹਾਣੀ ਉੱਥੇ ਆ ਗਈ ਸੀ ਜਿੱਥੇ ਅਸਫਲਤਾ ਹੁਣ ਉਸ ਦਾ ਡਰ ਨਹੀਂ, ਸਗੋਂ ਉਸ ਦੀ ਮਾਹਿਰ ਗਾਈਡ ਬਣ ਚੁੱਕੀ ਸੀ। ਪਰ ਹੈਰਿਸ ਦੀ ਕਿਤਾਬ ਵਿੱਚ ਹਾਲੇ ਵੀ ਬਹੁਤ ਸਾਰੇ ਪਾਠ ਸਨ ਅਤੇ ਸ਼ੁਭਮ ਨੂੰ ਪਤਾ ਸੀ ਕਿ ਉਹ ਹਰੇਕ ਵਿੱਚੋਂ ਕੁਝ ਨਵਾਂ ਸਿੱਖਣ ਵਾਲਾ ਹੈ। ਹੁਣ ਦ ਆਰਟ ਆਫ ਰਿਸਕ ਸਿਰਫ ਇੱਕ ਪੜ੍ਹਾਈ ਦੀ ਕਿਤਾਬ ਨਹੀਂ ਰਹੀ ਸੀ, ਇਹ ਉਸ ਦੀ ਜ਼ਿੰਦਗੀ ਬਦਲਣ ਵਾਲੀ ਗਾਈਡ ਬਣ ਚੁੱਕੀ ਸੀ। ਹਰੇਕ ਨਵਾਂ ਪਾਠ ਉਸ ਨੂੰ ਉਸ ਦੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਹਿੱਸੇ ਨੂੰ ਹੋਰ ਵਧੀਆ ਸਮਝਣ ਤੇ ਸੰਵਾਰਨ ਦਾ ਮੌਕਾ ਦਿੰਦਾ। ਹੁਣ ਉਹ ਕਿਤਾਬ ਦੇ ਅਗਲੇ ਅਧਿਆਇ ਤੇ ਪਹੁੰਚਿਆ, ਜਿਸ ਦਾ ਸਿਰਲੇਖ ਸੀ ਦ ਵੈਲਿਊ ਆਫ ਕਮਿਊਨਿਟੀ ਐਂਡ ਸ਼ੇਅਰਡ ਐਕਸਪੀਰੀਅੰਸ। ਇਹ ਅਧਿਆਇ ਇੱਕ ਪੰਕਤੀ ਨਾਲ ਸ਼ੁਰੂ ਹੁੰਦਾ ਜੋ ਸਿੱਧਾ ਸ਼ੁਭਮ ਦੇ ਦਿਲ ਵਿੱਚ ਵੱਜੀ, ਕੋਈ ਵੀ ਇਕੱਲਾ ਕਾਮਯਾਬ ਨਹੀਂ ਹੁੰਦਾ। ਹਰੇਕ ਮਹਾਨ ਯਾਤਰੀ ਜਾਂ ਜੋਖਮ ਉਠਾਉਣ ਵਾਲੇ ਵਿਅਕਤੀ ਦੇ ਪਿੱਛੇ ਇੱਕ ਮਜ਼ਬੂਤ ਕਮਿਊਨਿਟੀ ਹੁੰਦੀ ਹੈ ਜੋ ਉਹਨਾਂ ਨੂੰ ਉੱਪਰ ਚੁੱਕਦੀ ਹੈ। ਸ਼ੁਭਮ ਨੇ ਡੂੰਘੀ ਸਾਹ ਲਿਆ ਤੇ ਸੋਚਿਆ, ਕੀ ਮੇਰੀ ਜ਼ਿੰਦਗੀ 'ਚ ਵੀ ਕੋਈ ਅਜਿਹੀ ਕਮਿਊਨਿਟੀ ਹੈ? ਕੀ ਮੇਰੇ ਕੋਲ ਅਜਿਹੇ ਲੋਕ ਹਨ ਜੋ ਮੈਨੂੰ ਸਹਿਯੋਗ ਦਿੰਦੇ ਹਨ, ਜਿਨ੍ਹਾਂ ਤੋਂ ਮੈਂ ਸਿੱਖ ਸਕਦਾ ਹਾਂ? ਕਿਤਾਬ ਵਿੱਚ ਹੈਰਿਸ ਨੇ ਕਈ ਜੋਖਮ ਉਠਾਉਣ ਵਾਲਿਆਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕਰਕੇ ਨਾ ਸਿਰਫ ਦੂਜਿਆਂ ਦੀ ਮਦਦ ਕੀਤੀ, ਬਲਕਿ ਖੁਦ ਨੂੰ ਵੀ ਹੋਰ ਵਧੀਆ ਬਣਾਇਆ। ਉਹਨਾਂ ਵਿੱਚੋਂ ਇੱਕ ਕਹਾਣੀ ਇੱਕ ਰੌਕ ਕਲਾਈਂਬਰ ਦੀ ਸੀ ਜੋ ਹਮੇਸ਼ਾ ਇਕੱਲਾ ਚੜ੍ਹਦਾ ਸੀ, ਪਰ ਇੱਕ ਵਾਰ ਉਸਨੇ ਵੇਖਿਆ
ਕਿ ਇੱਕ ਕੰਮ ਅਨੁਭਵੀ ਸਾਥੀ ਕਲਾਈਂਬਰ ਉਸ ਨੂੰ ਦੇਖ ਕੇ ਆਪਣੀ ਤਕਨੀਕ ਹੋਰ ਸੁਧਾਰ ਰਿਹਾ ਸੀ। ਉਹਨਾਂ ਨੇ ਮਿਲ ਕੇ ਚੜ੍ਹਾਈ ਕੀਤੀ ਅਤੇ ਇਕੱਠੇ ਸਿੱਖਦੇ ਹੋਏ ਇੱਕ ਵੱਡੀ ਚੋਟੀ ਤੇ ਪਹੁੰਚਣ ਵਿੱਚ ਕਾਮਯਾਬ ਹੋਏ। ਸ਼ੁਭਮ ਨੂੰ ਇਹ ਕਹਾਣੀ ਬਹੁਤ ਪ੍ਰਭਾਵਸ਼ਾਲੀ ਲੱਗੀ। ਉਸਨੇ ਮਹਿਸੂਸ ਕੀਤਾ ਕਿ ਉਹ ਹਮੇਸ਼ਾ ਆਪਣੇ ਚੈਲੰਜ ਆਪੇ ਹੀ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਭਾਵੇਂ ਉਹ ਦਫ਼ਤਰ ਦੀ ਕੋਈ ਸਮੱਸਿਆ ਹੋਵੇ, ਫੋਟੋਗ੍ਰਾਫੀ ਦਾ ਕੋਈ ਪ੍ਰੋਜੈਕਟ ਹੋਵੇ ਜਾਂ ਜ਼ਿੰਦਗੀ ਦੇ ਹੋਰ ਕਿਸੇ ਪੱਲੂ ਦਾ ਡਰ। ਉਸ ਨੂੰ ਸਾਹਸ ਹੋਇਆ ਕਿ ਸ਼ਾਇਦ ਉਹ ਹੋਰਾਂ ਦੀ ਮਦਦ ਲੈਣ ਤੋਂ ਹਿਚਕ ਚੁੱਕਦਾ ਹੈ। ਉਸ ਦਿਨ ਉਸਨੇ ਪੱਕਾ ਕਰ ਲਿਆ ਕਿ ਹੁਣ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਹੋਰ ਵਧੇਰੇ ਜੁੜਨ ਦੀ ਕੋਸ਼ਿਸ਼ ਕਰੇਗਾ। ਉਸਨੇ ਆਪਣੇ ਫੋਟੋਗ੍ਰਾਫੀ ਗਰੁੱਪ ਵਿੱਚ ਹੋਰ ਐਕਟਿਵ ਹੋਣ ਦੀ ਕੋਸ਼ਿਸ਼ ਕੀਤੀ। ਉੱਥੇ ਉਸਨੇ ਕਈ ਨਵੇਂ ਲੋਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਕੋਲ ਵੱਖ-ਵੱਖ ਪਹੁੰਚ ਅਤੇ ਤਕਨੀਕਾਂ ਸਨ। ਇੱਕ ਦਿਨ ਉਸ ਗਰੁੱਪ ਨੇ ਇੱਕ ਆਊਟਡੋਰ ਫੋਟੋਗ੍ਰਾਫੀ ਟ੍ਰਿਪ ਦੀ ਯੋਜਨਾ ਬਣਾਈ ਜੋ ਇੱਕ ਪੁਰਾਣੇ ਪਿੰਡ ਵਿੱਚ ਜਾਣੀ ਸੀ, ਜਿੱਥੇ ਰੋਸ਼ਨੀ ਅਤੇ ਪਰਛਾਵੇਂ ਦਾ ਸਮਤੋਲ ਬਹੁਤ ਔਖਾ ਸੀ। ਪਹਿਲਾਂ ਸ਼ੁਭਮ ਨੂੰ ਲੱਗਿਆ ਕਿ ਉਹ ਇਕੱਲਾ ਹੀ ਇਸ ਟ੍ਰਿਪ ਤੇ ਜਾਵੇਗਾ ਅਤੇ ਆਪਣੀਆਂ ਤਸਵੀਰਾਂ ਖਿੱਚੇਗਾ, ਪਰ ਫਿਰ ਉਸਨੇ ਆਪਣੇ ਆਪ ਨੂੰ ਕਿਹਾ, ਜੇਕਰ ਮੈਂ ਦੂਜਿਆਂ ਦੇ ਨਾਲ ਰਹਾਂਗਾ ਤਾਂ ਸ਼ਾਇਦ ਕੁਝ ਨਵਾਂ ਸਿੱਖਣ ਨੂੰ ਮਿਲੇ। ਉੱਥੇ ਪਹੁੰਚਣ ਦੇ ਬਾਅਦ ਸ਼ੁਭਮ ਨੇ ਦੇਖਿਆ ਕਿ ਹਰੇਕ ਫੋਟੋਗ੍ਰਾਫਰ ਦਾ ਆਪਣਾ ਇੱਕ ਅਲੱਗ ਅੰਦਾਜ਼ ਹੈ। ਕੋਈ ਕੰਪੋਜੀਸ਼ਨ ਤੇ ਧਿਆਨ ਦੇ ਰਿਹਾ ਸੀ ਤਾਂ ਕੋਈ ਸਿਰਫ ਬਲੈਕ ਐਂਡ ਵਾਈਟ ਸ਼ਾਟਸ ਲੈ ਰਿਹਾ ਸੀ। ਸ਼ੁਭਮ ਨੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀ ਤਕਨੀਕ ਨੂੰ ਬਾਰੀਕੀ ਨਾਲ ਵੇਖਿਆ। ਉਸਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਨਾਲ ਕੰਮ ਕਰਦੇ ਹੋਏ ਉਸ ਦੀ ਖੁਦ ਦੀ ਸੋਚ ਅਤੇ ਫੋਟੋਗ੍ਰਾਫੀ ਸ਼ੈਲੀ ਵਿੱਚ ਕਾਫੀ ਸੁਧਾਰ ਆ ਸਕਦਾ ਹੈ। ਉਸ ਦਿਨ ਇੱਕ ਸੀਨੀਅਰ ਫੋਟੋਗ੍ਰਾਫਰ ਨੇ ਉਸ ਨੂੰ ਇੱਕ ਛੋਟੀ ਜਿਹੀ ਸਲਾਹ ਦਿੱਤੀ। ਕਈ ਵਾਰ ਇੱਕ ਤਸਵੀਰ ਵਿੱਚ ਦੀ ਅਣਪੂਰਨਤਾ ਹੀ ਉਸ ਨੂੰ ਖਾਸ ਬਣਾਉਂਦੀ ਹੈ। ਹਮੇਸ਼ਾ ਸਿਮੈਟਰੀ ਜਾਂ ਪਰਫੈਕਸ਼ਨ ਦੇ ਪਿੱਛੇ ਨਾ ਭੱਜੋ। ਇਹ ਗੱਲ ਸ਼ੁਭਮ ਦੇ ਦਿਲ ਨੂੰ ਲੱਗ ਗਈ। ਹੁਣ ਉਹ ਸਮਝ ਚੁੱਕਾ ਸੀ ਕਿ ਇਕੱਲਾ ਕੰਮ ਕਰਨਾ ਹਮੇਸ਼ਾ ਸਭ ਤੋਂ ਵਧੀਆ ਹੱਲ ਨਹੀਂ ਹੁੰਦਾ। ਕਈ ਵਾਰ ਕਮਿਊਨਿਟੀ ਅਤੇ ਸਾਂਝੇ ਤਜਰਬੇ ਤੁਹਾਨੂੰ ਉਹ ਸਿਖਾ ਸਕਦੇ ਹਨ ਜੋ ਤੁਸੀਂ ਇਕੱਲੇ ਕਦੇ ਵੀ ਨਹੀਂ ਸਿੱਖ ਸਕਦੇ। ਇਹ ਸੁਣ ਕੇ ਸ਼ੁਭਮ ਦੇ ਦਿਮਾਗ 'ਚ ਇੱਕ ਨਵਾਂ ਪਹੁੰਚ ਆਈ। ਉਸਨੇ ਉਸ ਦਿਨ ਕੁਝ ਅਧੂਰੀਆਂ ਪਰ ਸ਼ਕਤੀਸ਼ਾਲੀ ਤਸਵੀਰਾਂ ਖਿੱਚੀਆਂ ਜੋ ਬਾਅਦ ਵਿੱਚ ਬਹੁਤ ਪਸੰਦ ਕੀਤੀਆਂ ਗਈਆਂ। ਹੈਰਿਸ ਨੇ ਕਿਤਾਬ ਵਿੱਚ ਲਿਖਿਆ ਸੀ, ਇੱਕ ਕਮਿਊਨਿਟੀ ਸਿਰਫ ਇੱਕ ਸੁਰੱਖਿਆ ਜਾਲ ਨਹੀਂ ਹੁੰਦੀ, ਇਹ ਪ੍ਰੇਰਣਾ ਅਤੇ ਵਾਧੂ ਦਾ ਸਰੋਤ ਵੀ ਹੁੰਦੀ ਹੈ। ਇਹ ਲਾਈਨ ਸ਼ੁਭਮ ਦੇ ਦਿਲ ਅਤੇ ਦਿਮਾਗ 'ਚ ਬਾਰ-ਬਾਰ ਗੂੰਜ ਰਹੀ ਸੀ। ਉਸਨੇ ਮਹਿਸੂਸ ਕੀਤਾ ਕਿ ਉਸ ਦੀ ਜ਼ਿੰਦਗੀ ਵਿੱਚ ਸਿਰਫ ਪ੍ਰੋਫੈਸ਼ਨਲ ਕਮਿਊਨਿਟੀ ਹੀ ਨਹੀਂ ਬਲਕਿ ਨਿੱਜੀ ਸਹਿਯੋਗ ਪ੍ਰਣਾਲੀ ਵੀ ਲਾਜ਼ਮੀ ਹੈ। ਉਸਨੇ ਆਪਣੇ ਦੋਸਤਾਂ ਨਾਲ ਵਧੇਰੇ ਸਮਾਂ ਬਿਤਾਉਣਾ ਸ਼ੁਰੂ ਕੀਤਾ। ਅਰਜੁਨ ਨਾਲ ਉਸਨੇ ਆਪਣੇ ਡਰ ਅਤੇ ਅਸਫਲਤਾਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਅਰਜੁਨ ਨੇ ਵੀ ਆਪਣੇ ਕੁਝ ਨਾਕਾਮੀਆਂ ਬਾਰੇ ਦੱਸਿਆ ਅਤੇ ਕਿਹਾ, ਸ਼ੁਭਮ, ਤੈਨੂੰ ਪਤਾ ਹੈ, ਮੈਂ ਵੀ ਹਮੇਸ਼ਾ ਸਫਲ ਨਹੀਂ ਹੁੰਦਾ, ਪਰ ਜਦ ਮੇਰੇ ਦੋਸਤ ਮੇਰੇ ਨਾਲ ਹੁੰਦੇ ਹਨ ਤਾਂ ਹਰੇਕ ਫੇਲਿਅਰ ਮੈਨੂੰ ਘੱਟ ਦਰਦ ਦਿੰਦਾ ਹੈ। ਸ਼ੁਭਮ ਨੇ ਸੋਚਿਆ ਕਿ ਉਹ ਹਮੇਸ਼ਾ ਆਪਣੀਆਂ ਸਮੱਸਿਆਵਾਂ ਨੂੰ ਆਪਣੇ ਤਰੀਕੇ ਨਾਲ ਹੀ ਹੱਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਸ਼ਾਇਦ ਹੁਣ ਸਮਾਂ ਆ ਗਿਆ ਸੀ ਕਿ ਉਹ ਦੂਜਿਆਂ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰੇ। ਕੁਝ ਦਿਨਾਂ ਬਾਅਦ ਦਫ਼ਤਰ ਵਿੱਚ ਇੱਕ ਨਵਾਂ ਪ੍ਰੋਜੈਕਟ ਆਇਆ। ਇਹ ਇੱਕ ਸਾਂਝਾ ਪ੍ਰੋਜੈਕਟ ਸੀ ਜਿਸ ਵਿੱਚ ਕਈ ਵਿਭਾਗਾਂ ਨੂੰ ਮਿਲ ਕੇ ਕੰਮ ਕਰਨਾ ਸੀ। ਸ਼ੁਭਮ ਨੂੰ ਇਸ ਟੀਮ ਦਾ ਹਿੱਸਾ ਬਣਾਇਆ ਗਿਆ। ਪਹਿਲਾਂ ਉਹ ਕੁਝ ਹੌਲੀ-ਹੌਲੀ ਸੀ ਕਿਉਂਕਿ ਉਹ ਹਮੇਸ਼ਾ ਅਕੇਲਾ ਕੰਮ ਕਰਨ ਦਾ ਆਦੀ ਸੀ, ਪਰ ਇਸ ਵਾਰ ਉਸਨੇ ਜਾਣਬੁੱਝ ਕੇ ਟੀਮ ਵਿੱਚ ਰਲਣ-ਮਿਲਣ ਦੀ ਕੋਸ਼ਿਸ਼ ਕੀਤੀ। ਉਸਨੇ ਮਹਿਸੂਸ ਕੀਤਾ ਕਿ ਹਰ ਵਿਅਕਤੀ ਆਪਣੀ ਤਾਕਤ ਲੈ ਕੇ ਆਇਆ ਸੀ। ਕੋਈ ਅੰਕੜਿਆਂ 'ਚ ਮਾਹਿਰ ਸੀ ਤਾਂ ਕੋਈ ਨਵੇਂ ਸਿਰਜਣਾਤਮਕ ਵਿਚਾਰਾਂ 'ਚ। ਸ਼ੁਭਮ ਨੇ ਦੇਖਿਆ ਕਿ ਟੀਮ ਨਾਲ ਕੰਮ ਕਰਨ ਨਾਲ ਨਾ ਸਿਰਫ ਉਸਦਾ ਕੰਮ ਆਸਾਨ ਹੋ ਗਿਆ ਬਲਕਿ ਉਸਨੂੰ ਆਪਣੀਆਂ ਕਮਜ਼ੋਰੀਆਂ ਤੇ ਕੰਮ ਕਰਨ ਦਾ ਵੀ ਮੌਕਾ ਮਿਲਿਆ। ਪ੍ਰੋਜੈਕਟ ਦੇ ਖਤਮ ਹੋਣ ਤੇ ਉਸਦੇ ਬੌਸ ਨੇ ਉਸਨੂੰ ਬੁਲਾ ਕੇ ਕਿਹਾ, ਇਸ ਵਾਰ ਟੀਮ ਵਰਕ ਦੀ ਵਜ੍ਹਾ ਨਾਲ ਸਾਡਾ ਪ੍ਰੋਜੈਕਟ ਇੰਨਾ ਆਸਾਨੀ ਨਾਲ ਪੂਰਾ ਹੋਇਆ। ਸ਼ੁਭਮ, ਤੁਸੀਂ ਟੀਮ ਨੂੰ ਇਕੱਠੇ ਰੱਖਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਸੁਣ ਕੇ ਉਸਨੂੰ ਮਹਿਸੂਸ ਹੋਇਆ ਕਿ ਇਕੱਲੇ ਕੰਮ ਕਰਨਾ ਸ਼ਾਇਦ ਉਸਨੂੰ ਇੰਨਾ ਉਤਸ਼ਾਹੀ ਅਤੇ ਪ੍ਰਭਾਵਸ਼ਾਲੀ ਨਹੀਂ ਬਣਾ ਸਕਦਾ। ਹੈਰਿਸ ਨੇ ਕਿਤਾਬ ਵਿੱਚ ਇੱਕ ਹੋਰ ਮਹੱਤਵਪੂਰਨ ਗੱਲ ਕਹੀ ਸੀ, ਸਾਂਝੇ ਤਜਰਬੇ ਮਜ਼ਬੂਤ ਰਿਸ਼ਤੇ ਬਣਾਉਂਦੇ ਹਨ। ਸ਼ੁਭਮ ਨੇ ਇਹ ਗੱਲ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ। ਉਸਨੇ ਅਰਜੁਨ ਨਾਲ ਹਰ ਹਫ਼ਤੇ ਵੀਕਐਂਡ ਤੇ ਟਰੈਕਿੰਗ ਜਾਣਾ ਸ਼ੁਰੂ ਕੀਤਾ। ਉਹਨਾਂ ਦੇ ਨਾਲ ਹੋਰ ਲੋਕ ਵੀ ਜੁੜਦੇ ਗਏ। ਹੁਣ ਸ਼ੁਭਮ ਦੀ ਜ਼ਿੰਦਗੀ ਵਿੱਚ ਇਕੱਲਾਪਨ ਨਹੀਂ ਬਲਕਿ ਇੱਕ ਮਜ਼ਬੂਤ ਕਮਿਊਨਿਟੀ ਸੀ ਜੋ ਉਸਨੂੰ ਹਮੇਸ਼ਾ ਪ੍ਰੇਰਿਤ ਕਰਦੀ ਅਤੇ ਨਵੀਆਂ ਉਚਾਈਆਂ ਵੱਲ ਵਧਣ ਵਿੱਚ ਮਦਦ ਕਰਦੀ। ਹਰ ਟਰੈਕ ਤੇ ਕੋਈ ਨਾ ਕੋਈ ਨਵੀਂ ਸਮੱਸਿਆ ਆਉਂਦੀ ਜਿਸ ਨੂੰ ਉਹ ਇਕੱਠੇ ਹੋ ਕੇ ਹੱਲ ਕਰਦੇ। ਇੱਕ ਵਾਰ ਉਹ ਇੱਕ ਔਖੇ ਰਾਹ 'ਚ ਫਸ ਗਏ। ਮੀਂਹ ਪੈਣ ਲੱਗਾ ਸੀ ਅਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਅੱਗੇ ਕਿਵੇਂ ਵਧਣਾ ਹੈ। ਅਰਜੁਨ ਨੇ ਸਭ ਨੂੰ ਸ਼ਾਂਤ ਕੀਤਾ ਅਤੇ ਟੀਮ ਨਾਲ ਮਿਲ ਕੇ ਰਾਹ ਲੱਭਣ ਦੀ ਕੋਸ਼ਿਸ਼ ਕੀਤੀ। ਉਸ ਦਿਨ ਸ਼ੁਭਮ ਨੇ ਸਿੱਖਿਆ ਕਿ ਜਦੋਂ ਲੋਕ ਇਕੱਠੇ ਹੁੰਦੇ ਹਨ ਤਾਂ ਹਰ ਮੁਸ਼ਕਲ ਦਾ ਹੱਲ ਕੱਢਿਆ ਜਾ ਸਕਦਾ ਹੈ। ਹੌਲੀ-ਹੌਲੀ ਸ਼ੁਭਮ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਆਉਣ ਲੱਗਾ। ਉਸਨੇ ਮਹਿਸੂਸ ਕੀਤਾ ਕਿ ਹੁਣ ਉਹ ਵਧੇਰੇ ਆਤਮ-ਵਿਸ਼ਵਾਸੀ, ਖੁੱਲ੍ਹਾ ਅਤੇ ਹੋਰ ਲੋਕਾਂ ਨਾਲ ਜੁੜਿਆ ਹੋਇਆ ਮਹਿਸੂਸ ਕਰ ਰਿਹਾ ਹੈ। ਇੱਕ ਦਿਨ
ਜਦੋਂ ਉਹ ਆਪਣੇ ਫੋਟੋਗ੍ਰਾਫੀ ਗਰੁੱਪ 'ਚ ਬੈਠਿਆ ਸੀ ਤਾਂ ਕਿਸੇ ਨੇ ਪੁੱਛਿਆ, ਸ਼ੁਭਮ, ਤੇਰੀ ਫੋਟੋਗ੍ਰਾਫੀ 'ਚ ਹੁਣ ਇੱਕ ਵੱਖਰੀ ਗਹਿਰਾਈ ਕਿਉਂ ਆ ਗਈ ਹੈ? ਸ਼ੁਭਮ ਨੇ ਮੁਸਕਰਾ ਕੇ ਕਿਹਾ, ਕਿਉਂਕਿ ਹੁਣ ਮੈਂ ਅਕੇਲਾ ਨਹੀਂ ਸਿੱਖਦਾ, ਮੈਂ ਦੂਜਿਆਂ ਦੇ ਨਾਲ ਸਿੱਖਦਾ ਹਾਂ। ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੇ ਤਜਰਬੇ ਮੇਰੀਆਂ ਤਸਵੀਰਾਂ 'ਚ ਨਜ਼ਰ ਆਉਂਦੇ ਹਨ। ਉਸ ਦਿਨ ਉਸਨੂੰ ਹੈਰਿਸ ਦੇ ਇਸ ਪਾਠ ਦਾ ਅਸਲ ਅਰਥ ਸਮਝ ਆਇਆ ਕਿ ਕਮਿਊਨਿਟੀ ਸਿਰਫ ਇੱਕ ਸਹਿਯੋਗੀ ਤੰਤਰ ਨਹੀਂ, ਇਹ ਇੱਕ ਦਰਪਣ ਹੁੰਦੀ ਹੈ ਜੋ ਸਾਨੂੰ ਸਾਡੀ ਅਸਲੀ ਸਮਰੱਥਾ ਦਿਖਾਉਂਦੀ ਹੈ। ਹੁਣ ਸ਼ੁਭਮ ਅਗਲੇ ਪਾਠ ਨੂੰ ਪੜ੍ਹਨ ਲਈ ਤਿਆਰ ਸੀ। ਉਸਨੂੰ ਪਤਾ ਸੀ ਕਿ ਇਹ ਕਿਤਾਬ ਹਰ ਵਾਰ ਉਸਨੂੰ ਇੱਕ ਨਵੀਂ ਦਿਸ਼ਾ ਵਿਖਾਏਗੀ ਅਤੇ ਉਸ ਦੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਏਗੀ। ਸ਼ੁਭਮ ਦੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਹਰ ਨਵੇਂ ਦਿਨ ਦੇ ਨਾਲ ਉਹ ਆਪਣੇ ਆਪ ਨੂੰ ਹੋਰ ਬਿਹਤਰ ਅਤੇ ਮਜ਼ਬੂਤ ਮਹਿਸੂਸ ਕਰਦਾ। ਦ ਆਰਟ ਆਫ ਰਿਸਕ ਦੀ ਹਰ ਸਿੱਖਿਆ ਉਸ ਦੀ ਜ਼ਿੰਦਗੀ 'ਚ ਨਵੀਂ ਰੋਸ਼ਨੀ ਲੈ ਕੇ ਆ ਰਹੀ ਸੀ। ਹੈਰਿਸ ਦੇ ਪਾਠ, ਕਮਿਊਨਿਟੀ ਅਤੇ ਸਾਂਝੇ ਤਜਰਬਿਆਂ ਦੀ ਮਹੱਤਤਾ ਨੇ ਉਸ ਦੀ ਸੋਚ ਨੂੰ ਹੋਰ ਡੂੰਘਾ ਕਰ ਦਿੱਤਾ। ਸ਼ੁਭਮ ਨੇ ਮਹਿਸੂਸ ਕੀਤਾ ਕਿ ਜਦੋਂ ਵੀ ਉਹ ਹੋਰ ਲੋਕਾਂ ਨਾਲ ਜੁੜਦਾ, ਉਹਨਾਂ ਦੀਆਂ ਕਹਾਣੀਆਂ ਸੁਣਦਾ ਜਾਂ ਉਹਨਾਂ ਦੇ ਤਜਰਬਿਆਂ ਤੋਂ ਸਿੱਖਦਾ, ਤਾਂ ਉਹ ਆਪਣੇ ਆਪ ਨੂੰ ਹੋਰ ਸਮਰੱਥ ਅਤੇ ਯੋਗ ਮਹਿਸੂਸ ਕਰਦਾ। ਜੋ ਪਹਿਲਾਂ ਚੁਣੌਤੀਆਂ ਉਸਨੂੰ ਇੱਕ ਵੱਡਾ ਪਹਾੜ ਲੱਗਦੀਆਂ ਸਨ, ਹੁਣ ਉਹ ਸਿਰਫ ਰਾਹ ਦੇ ਪੱਥਰ ਬਣ ਗਈਆਂ। ਫੋਟੋਗ੍ਰਾਫੀ ਗਰੁੱਪ ਦੀ ਉਸ ਯਾਤਰਾ ਤੋਂ ਬਾਅਦ ਉਸਨੇ ਹਮੇਸ਼ਾ ਹੋਰ ਲੋਕਾਂ ਨਾਲ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਉਹ ਹਰ ਪ੍ਰੋਜੈਕਟ ਅਤੇ ਹਰ ਚੁਣੌਤੀ ਨੂੰ ਇੱਕ ਸਾਂਝੇ ਤਜਰਬੇ ਵਾਂਗ ਦੇਖਦਾ। ਉਸਨੇ ਸਿੱਖਿਆ ਕਿ ਟੀਮ ਵਿੱਚ ਹਰ ਵਿਅਕਤੀ ਦੀ ਆਪਣੀ ਤਾਕਤ ਅਤੇ ਕਮਜ਼ੋਰੀ ਹੁੰਦੀ ਹੈ, ਅਤੇ ਜਦੋਂ ਲੋਕ ਆਪਣੀਆਂ ਤਾਕਤਾਂ ਨੂੰ ਮਿਲਾਉਂਦੇ ਹਨ ਤਾਂ ਅਸੰਭਵ ਕੰਮ ਵੀ ਸੰਭਵ ਹੋ ਜਾਂਦੇ ਹਨ। ਦਫ਼ਤਰ ਵਿੱਚ ਇੱਕ ਵੱਡਾ ਪ੍ਰੈਜੈਂਟੇਸ਼ਨ ਸੀ, ਪਰ ਇਸ ਵਾਰ ਸ਼ੁਭਮ ਅਕੇਲਾ ਨਹੀਂ ਸੀ। ਉਸਨੇ ਪਹਿਲਾਂ ਹੀ ਆਪਣੀਆਂ ਸਹਿਯੋਗੀਆਂ ਨਾਲ ਗੱਲਬਾਤ ਕੀਤੀ, ਫੀਡਬੈਕ ਲਿਆ ਅਤੇ ਟੀਮ ਦੇ ਨਾਲ ਮਿਲ ਕੇ ਹਰ ਪੱਖ ਤੋਂ ਤਿਆਰੀ ਕੀਤੀ। ਜਦੋਂ ਪ੍ਰੈਜੈਂਟੇਸ਼ਨ ਖਤਮ ਹੋਇਆ ਤਾਂ ਸ਼ੁਭਮ ਨੂੰ ਸਿਰਫ ਆਪਣੇ ਕੰਮ ਦੀ ਹੀ ਨਹੀਂ ਬਲਕਿ ਪੂਰੀ ਟੀਮ ਦੀ ਵੀ ਪ੍ਰਸ਼ੰਸਾ ਮਿਲੀ। ਉਸਨੇ ਮਹਿਸੂਸ ਕੀਤਾ ਕਿ ਇੱਕ ਅਕੇਲੇ ਵਿਅਕਤੀ ਦੀ ਤੁਲਨਾ ਵਿੱਚ ਇੱਕ ਪੂਰੀ ਟੀਮ ਦਾ ਪ੍ਰਭਾਵ ਕਿਤਨਾ ਵੱਧ ਹੁੰਦਾ ਹੈ। ਸ਼ੁਭਮ ਦੀ ਨਿੱਜੀ ਜ਼ਿੰਦਗੀ ਵਿੱਚ ਵੀ ਇਹ ਬਦਲਾਅ ਦਿਖਣ ਲੱਗਾ। ਅਰਜੁਨ ਦੇ ਨਾਲ ਵੀਕਐਂਡ ਟਰੈਕ ਹੁਣ ਉਹਨਾਂ ਦੀ ਦੋਸਤੀ ਨੂੰ ਹੋਰ ਵੀ ਗਹਿਰੀ ਕਰ ਰਹੇ ਸਨ। ਹਰ ਟਰੈਕ ਤੇ ਉਹ ਮਿਲ ਕੇ ਛੋਟੀ ਵੱਡੀ ਸਮੱਸਿਆਵਾਂ ਦਾ ਹੱਲ ਲੱਭਦੇ। ਇੱਕ ਵਾਰ ਜਦੋਂ ਉਹਨਾਂ ਦੇ ਗਰੁੱਪ ਵਿੱਚ ਇੱਕ ਨਵਾਂ ਮੈਂਬਰ ਸ਼ਾਮਲ ਹੋਇਆ ਜਿਸਨੇ ਪਹਿਲੀ ਵਾਰ ਟਰੈਕਿੰਗ ਕੀਤੀ ਸੀ, ਤਾਂ ਅਰਜੁਨ ਅਤੇ ਸ਼ੁਭਮ ਨੇ ਉਸਨੂੰ ਰਾਹ ਦੱਸਣ ਅਤੇ ਹਿੰਮਤ ਦੇਣ ਵਿੱਚ ਮਦਦ ਕੀਤੀ। ਉਸ ਦਿਨ ਸ਼ੁਭਮ ਨੇ ਮਹਿਸੂਸ ਕੀਤਾ ਕਿ ਸਿਰਫ ਸਿੱਖਣਾ ਹੀ ਨਹੀਂ ਬਲਕਿ ਦੂਜਿਆਂ ਨੂੰ ਸਿਖਾਉਣਾ ਅਤੇ ਉਹਨਾਂ ਦਾ ਸਮਰਥਨ ਕਰਨਾ ਵੀ ਉਤਨਾ ਹੀ ਮਹੱਤਵਪੂਰਨ ਹੈ। ਹੈਰਿਸ ਨੇ ਲਿਖਿਆ ਸੀ, ਸ਼ੇਅਰਡ ਅਨੁਭਵ ਸਿਰਫ ਯਾਦਾਂ ਨਹੀਂ ਬਣਾਉਂਦੇ ਬਲਕਿ ਅਜਿਹੇ ਪਾਠ ਦਿੰਦੇ ਹਨ ਜੋ ਸਾਰੀ ਜ਼ਿੰਦਗੀ ਲਈ ਯਾਦ ਰਹਿੰਦੇ ਹਨ। ਹੁਣ ਸ਼ੁਭਮ ਇਹ ਸ਼ਬਦ ਪੂਰੀ ਤਰ੍ਹਾਂ ਸਮਝ ਚੁੱਕਾ ਸੀ। ਇੱਕ ਦਿਨ ਜਦੋਂ ਉਹ ਆਪਣੇ ਪੁਰਾਣੇ ਦਿਨਾਂ ਬਾਰੇ ਸੋਚ ਰਿਹਾ ਸੀ ਤਾਂ ਉਸਨੂੰ ਯਾਦ ਆਇਆ ਕਿ ਕਿਵੇਂ ਉਹ ਪਹਿਲਾਂ ਆਪਣੇ ਆਪ ਨੂੰ ਬਿਲਕੁਲ ਅਕੇਲਾ ਮਹਿਸੂਸ ਕਰਦਾ ਸੀ। ਹਰ ਸਮੱਸਿਆ ਨੂੰ ਅਕੇਲੇ ਹੀ ਹੱਲ ਕਰਨ ਦੀ ਕੋਸ਼ਿਸ਼ ਕਰਦਾ ਸੀ, ਹਰ ਡਰ ਨੂੰ ਆਪਣੇ ਤੱਕ ਹੀ ਰੱਖਦਾ ਸੀ। ਪਰ ਹੁਣ ਉਸ ਦੀ ਜ਼ਿੰਦਗੀ ਵਿੱਚ ਇੱਕ ਕਮਿਊਨਿਟੀ ਸੀ, ਚਾਹੇ ਉਹ ਦਫ਼ਤਰ ਦੇ ਸਾਥੀ ਹੋਣ, ਫੋਟੋਗ੍ਰਾਫੀ ਗਰੁੱਪ ਦੇ ਮੈਂਬਰ ਹੋਣ ਜਾਂ ਅਰਜੁਨ ਵਰਗਾ ਸੱਚਾ ਦੋਸਤ। ਉਸਨੇ ਸੋਚਿਆ ਕਿ ਜੇਕਰ ਉਸਨੇ ਕਦੇ ਇਹਨਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਉਣ ਦਾ ਮੌਕਾ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਉਹ ਅਜੇ ਵੀ ਉੱਥੇ ਹੀ ਖੜਾ ਹੁੰਦਾ, ਕਨਫਿਊਜ਼, ਡਰਿਆ ਹੋਇਆ ਅਤੇ ਇਕੱਲਾ। ਸ਼ੁਭਮ ਨੇ ਹੈਰਿਸ ਦੀ ਕਿਤਾਬ ਦੇ ਇਸ ਪਾਠ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲਿਆ। ਉਸਨੇ ਤੈਅ ਕੀਤਾ ਕਿ ਹੁਣ ਉਹ ਸਿਰਫ ਆਪਣੇ ਲਈ ਨਹੀਂ ਬਲਕਿ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਮਿਲ ਕੇ ਅੱਗੇ ਵਧੇਗਾ। ਉਸਨੇ ਸਿੱਖਿਆ ਕਿ ਕਮਿਊਨਿਟੀ ਦਾ ਅਰਥ ਸਿਰਫ ਸਹਿਯੋਗ ਲੈਣਾ ਨਹੀਂ ਬਲਕਿ ਦੂਜਿਆਂ ਨੂੰ ਸਹਿਯੋਗ ਦੇਣਾ ਵੀ ਹੈ। ਹੁਣ ਸ਼ੁਭਮ ਉਸ ਵਿਅਕਤੀ ਤੋਂ ਬਹੁਤ ਵੱਖਰਾ ਸੀ ਜਿਸਨੇ ਦ ਆਰਟ ਆਫ ਰਿਸਕ ਦੇ ਪਹਿਲੇ ਸਫ਼ੇ ਨੂੰ ਖੋਲ੍ਹਿਆ ਸੀ, ਪਰ ਉਸਨੂੰ ਪਤਾ ਸੀ ਕਿ ਇਹ ਯਾਤਰਾ ਅਜੇ ਖਤਮ ਨਹੀਂ ਹੋਈ। ਹੈਰਿਸ ਦੀ ਕਿਤਾਬ ਵਿੱਚ ਅਜੇ ਵੀ ਕਈ ਪਾਠ ਬਾਕੀ ਸਨ ਅਤੇ ਸ਼ੁਭਮ ਤਿਆਰ ਸੀ ਉਹਨਾਂ ਸਭ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਲਈ। ਕਹਾਣੀ ਇੱਥੇ ਖਤਮ ਨਹੀਂ ਹੁੰਦੀ, ਕਿਉਂਕਿ ਸ਼ੁਭਮ ਦੀ ਜ਼ਿੰਦਗੀ ਦੇ ਹਰ ਨਵੇਂ ਕਦਮ ਤੇ ਹਰ ਨਵੇਂ ਅਨੁਭਵ 'ਚ ਅਤੇ ਹਰ ਨਵੇਂ ਰਿਸ਼ਤੇ ਵਿੱਚ ਇਹ ਸਿੱਖਿਆਵਾਂ ਉਸਨੂੰ ਹੋਰ ਵੀ ਬਿਹਤਰ ਬਣਾਉਂਦੀਆਂ ਰਹਿਣਗੀਆਂ। ਤਾਂ ਦੋਸਤੋ, ਇਹ ਸੀ ਅੱਜ ਦੀ ਬੁੱਕ ਸਮਰੀ। ਤੁਹਾਨੂੰ ਕਿਵੇਂ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸੋ।